ਗੁਰਮੁਖ ਸ਼ਬਦ ਤਖਤ ਮਾਲਕ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਿਤਾ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਔਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂਸਰ ਸ੍ਰੀ ਜਾਪਜੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਹਾਜ਼ਰੀ ਭਰਦਾ ਜੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਾਧ ਸੰਗਤ ਵਡਭਾਗੇ ਹੋ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ 'ਚ ਸੱਚ ਕਰਕੇ ਉਸ ਤੋਂ ਪਹਿਲਾਂ ਅੰਮ੍ਰਿਤਮਈ ਬਾਣੀ ਸੀ ਜੀ। ਆਸਾ ਜੀ ਪਰਿਵਾਰ ਦੇ ਕੀਰਤਨ ਹਜ਼ੂਰੀ ਰਾਗੀ ਜਥੇ ਪਾਸੋਂ ਸਰਵਣ ਕੀਤੇ ਹਨ ਉਪਰੰਤ ਚੱਲ ਰਹੀ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਨ ਦੇ ਲਈ ਵਿਸ਼ੇਸ਼ ਤੌਰ 'ਤੇ ਆਪ ਜੀ ਗੁਰੂ ਚਰਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੱਜ ਦਾ ਜੋ ਪਾਵਨ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 11 ਔਰ 12 ਅੰਗ ਸੁਭਾਇਮਾਨ ਹੈ। ਸ਼ਬਦ ਗੁਰੂ ਰਾਮਦਾਸ ਮਹਾਰਾਜ ਦੀ ਰਚਨਾ ਤੋਂ ਉਚਾਰਨ ਹੋਇਆ ਹੈ। ਆਓ ਜੀ ਵਿਚਾਰ ਕਰ ਲਈਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਚੌਥਾ। ਰਾਗ ਆਸਾ ਦੇ ਦੂਜੇ ਪਾਵਨ ਸ਼ਬਦ ਗੁਰੂ ਰਾਮਦਾਸ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਤੂੰ ਕਰਤਾ ਸਚਿਆਰ ਮੈਡਾ ਸਾਈ। ਬੜੇ ਪਿਆਰੇ ਸ਼ਬਦ ਨੇ। ਗੁਰੂ ਰਾਮਦਾਸ ਜੀ ਕਹਿੰਦੇ ਵਾਹਿਗੁਰੂ ਜੀ ਤੂੰ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ। ਜੋ ਕੁਝ ਵੀ ਬਣਾਇਆ ਹੈ, ਜੋ ਕੁਝ ਪੈਦਾ ਕੀਤਾ ਤੂੰ ਆਪ ਕੀਤਾ। ਔਰ ਸਚਿਆਰ ਹੈ। ਸਚਿਆਰ ਉਹਨੂੰ ਕਹਿੰਦੇ ਜਿਹੜਾ ਸਦਾ ਹੀ ਰਹਿੰਦਾ ਹੈ। ਫਿਰ ਰਹਿਣ ਵਾਲੇ ਨੂੰ ਸਚਿਆਰ ਕਿਹਾ ਜਾਂਦਾ। ਉਹ ਚੀਜ਼ ਸੱਚੀ ਨਹੀਂ ਹੁੰਦੀ ਜਿਹੜੀ ਬਦਲ ਜਾਂਦੀ ਹੈ ਜਾਂ ਜਿਹੜੀ ਖਤਮ ਹੋ ਜਾਂਦੀ ਹੈ। ਸੰਸਾਰ ਨੂੰ ਅਸੀਂ ਇਸ ਕਰਕੇ ਝੂਠਾ ਕਿਹਾ ਵੀ ਇਹ ਸਦਾ ਰਹਿਣ ਵਾਲਾ ਨਹੀਂ ਹੈ। ਜਗ ਰਚਨਾ ਸਭ ਝੂਠ ਹੈ ਜਾਣਦੇ ਹੋਏ ਵੀ ਰੱਬ ਸੀ ਹੈ ਔਰ ਰਹੇਗਾ। ਇਸ ਕਰਕੇ ਉਹ ਸੱਚਿਆਰ ਸੱਚ ਹੈ। ਇਹ ਵਾਹਿਗੁਰੂ ਜੀ ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਮੈਨੇ ਧਰਤੀ ਤੇ ਮੇਰਾ ਸਾਈਂ ਹੈ, ਮੇਰਾ ਮਾਲਕ ਹੈ। ਸਭ ਦਾ ਮਾਲਕ ਇੱਕ ਵਾਹਿਗੁਰੂ ਹੀ ਹੈ। ਉਹਦੇ ਤੋਂ ਹੀ ਹੈ ਜੀ ਸਭ ਕੁਝ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਹੋ, ਸਦਾ ਰਹਿਣ ਵਾਲੇ ਹੋ ਔਰ ਸਾਡੇ ਮਾਲਕ ਹੋ ਜੀ। ਜੋ ਤਉ ਭਾਵੈ ਸੋਈ ਥੀਸੀ। ਜੋ ਤਉ ਭਾਵੈ ਜੋ ਤੈਨੂੰ ਭਾਉਂਦਾ ਹੈ ਸੋਈ ਥੀਸੀ ਤੂੰ ਉਹ ਹੀ ਕਰਦਾ ਹੈ। ਰੱਬ ਕਦੇ ਕਿਸੇ ਨੂੰ ਗੁਰਮੁਖੋਂ ਪੁੱਛ ਕੇ ਕੁਛ ਨਹੀਂ ਕਰਦਾ। ਜੋ ਉਹਨੂੰ ਚੰਗਾ ਲੱਗਦਾ ਉਹ ਕਰ ਦਿੰਦਾ ਹੈ। ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋ ਬਣਾ। ਜਿਵੇਂ ਜਿਵੇਂ ਹੁਕਮ ਕਰ ਰਿਹਾ ਉਹਨੂੰ ਉਸ ਤਰ੍ਹਾਂ ਹੋ ਰਿਹਾ। ਕਿਸੇ ਦੇ ਵੱਸ ਕੁਝ ਵੀ ਨਹੀਂ ਹੈ। ਅਸੀਂ ਜਿਉਂਦੇ ਰੱਬ ਸਾਨੂੰ ਇਹ ਸਮਾਂ ਦੇ ਰਿਹਾ। ਸੰਸਾਰ ਉਹਨੇ ਪੈਦਾ ਕੀਤਾ ਹੈ ਔਰ ਚਲਾਉਣ ਵਾਲਾ ਵੀ ਉਹ ਹੈ। ਚਲੋ ਕਈ ਵਾਰੀ ਇਹੋ ਹੁੰਦਾ ਹੈ ਵੀ ਬਾਪ ਦੇ ਬੱਚੇ ਨੇ ਤੇ ਉਹ ਬਾਪ ਦੇ ਕਹਿਣੇ ਤੋਂ ਬਾਗੀ ਹੋ ਜਾਂਦੇ। ਚਲੋ ਇੱਕ ਤੇ ਆਪਾਂ ਇਹਦਾ ਅਰਥ ਇਹ ਤਾਂ ਕਰ ਸਕਦੇ ਵੀ ਰੱਬ ਨੇ ਸਾਰਿਆਂ ਨੂੰ ਪੈਦਾ ਕੀਤਾ, ਸਾਰੇ ਰੱਬ ਨੂੰ ਜਪਦੇ ਨਹੀਂ ਹੈ। ਪ੍ਰਭ ਡੋਰੀ ਆਦਤ ਮਾਰੇ, ਡੋਰੀ ਰੱਬ ਦੇ ਹੱਥ ਹੀ ਹੈ। ਬਚਨ ਪੜ੍ਹੇ ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੇ ਲਾਈਆ। ਇੱਕ ਉਹਨਾਂ ਨੂੰ ਕੋਲ ਬਿਠਾ ਲੈਂਦਾ, ਇੱਕ ਉਹਨਾਂ ਨੂੰ ਭੱਜ ਦੌੜ ਚਲਾਇਆ ਹੋਇਆ ਉਹਨੇ।
ਕੱਲ ਵੀ ਆਪਾਂ ਬਚਨ ਸਾਂਝੇ ਕੀਤੇ ਹਨ ਵੀ ਇੱਕ ਦਾਤੇ ਇੱਕ ਭਿਖਾਰੀ ਚੀਜ਼ ਰੱਬ ਨੇ ਤੇ ਬਣਾਏ ਹੋਏ ਆ। ਜੋ ਤੋ ਭਾਵੇਂ ਸੋਈ ਥੀਸੀ, ਜੋ ਤੈਨੂੰ ਚੰਗਾ ਲੱਗਦਾ ਉਹ ਤੂੰ ਕਰਦਾ ਹੈ। ਸਾਰੇ ਪਾਸੇ ਤੇਰਾ ਹੁਕਮ ਵਰਤ ਰਿਹਾ, ਤੇਰੇ ਤੋਂ ਆਗੀ ਬਾਗੀ ਕੋਈ ਨਹੀਂ ਹੈ। ਜੋ ਤੁਮ ਦੇਹ ਸੋਏ ਹਉ ਪਾਈ, ਜੋ ਸਾਨੂੰ ਦਿੰਦਾ ਵਹੀ ਪ੍ਰਾਪਤ ਕਰ ਲੈਂਦਾ। ਹਉ ਅਸੀਂ ਪਾਈ ਉਹੀ ਪ੍ਰਾਪਤ ਕਰਦੇ ਜੋ ਤੂੰ ਦਿੰਦਾ ਹੈ। ਰੱਬ ਨੇ ਜੋ ਸਾਨੂੰ ਦਿੱਤਾ ਹੈ, ਜੋ ਨਹੀਂ ਦਿੱਤਾ ਉਹ ਕਿਸੇ ਤਰੀਕੇ ਨਾਲ ਅਸੀਂ ਪ੍ਰਾਪਤ ਵੀ ਨਹੀਂ ਕਰ ਸਕਦੇ। ਯਤਨ ਸਾਰਾ ਸੰਸਾਰ ਹੀ ਕਰ ਰਿਹਾ ਵੀ ਮਿਲ ਜੇ, ਆ ਵੀ ਮਿਲ ਜੇ, ਪਰ ਯਤਨ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਕੁਝ ਨਹੀਂ ਮਿਲਿਆ। ਤੇ ਕਈਆਂ ਨੂੰ ਉਹ ਕੁਝ ਮਿਲਿਆ ਜਿਨ੍ਹਾਂ ਦਾ ਉਹਨਾਂ ਨੇ ਯਤਨ ਵੀ ਕੋਈ ਨਹੀਂ ਕੀਤਾ, ਮਿਹਨਤ ਵੀ ਕੋਈ ਨਹੀਂ ਕੀਤੀ, ਉਦਮ ਵੀ ਕੋਈ ਨਹੀਂ ਕੀਤਾ, ਪਰ ਫਿਰ ਵੀ ਮਿਲਿਆ, ਕਿਉਂਕਿ ਰੱਬ ਦੇਣ ਵਾਲਾ ਹੈ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੀਰੇ ਘਰ ਦਾ ਤੀਰੇ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਇੱਥੇ ਕਹਿ ਦਿੱਤਾ ਤੂੰ ਦੇਹ ਸੋਈ ਹੋ ਪਾਏ, ਜਿਹਨੂੰ ਤੂੰ ਜੋ ਕੁਝ ਦਿੰਦਾ ਉਹ ਪ੍ਰਾਪਤ ਕਰ ਲੈਂਦਾ। ਸਾਡੇ ਕੋਲ ਜੋ ਕੁਝ ਹੈ ਪਰਮਾਤਮਾ ਦਾ ਦਿੱਤਾ ਹੈ, ਜਾਂ ਜਿਹਦੇ ਕੋਲ ਵੀ ਜੋ ਕੁਝ ਹੈ ਪਰਮਾਤਮਾ ਦਾ ਦਿੱਤਾ ਹੈ। ਜਿਹੜਾ ਤੈਨੂੰ ਪਾਉਂਦਾ ਹੈ ਉਹ ਤੂੰ ਕਰਦਾ ਹੈ, ਤੇ ਜਿਹਦੇ ਤੇ ਤੂੰ ਬਖਸ਼ਿਸ਼ ਕਰਦਾ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦੇ। ਅਸੀਂ ਉਹੀ ਪ੍ਰਾਪਤ ਕੀਤਾ ਜੋ ਤੂੰ ਬਖਸ਼ਿਸ਼ ਕੀਤੀ ਹੈ। ਵਿਸ਼ਰਾਮ ਦੇ ਕੇ ਮਹਾਰਾਜ ਸਮਝਾਉਂਦੇ ਹਨ, ਸਭ ਤੇਰੀ ਤੂੰ ਸਭਨੀ ਧਿਆਇਆ। ਇਹ ਸ੍ਰਿਸ਼ਟੀ ਤੇਰੀ ਪੈਦਾ ਕੀਤੀ ਹੈ ਤੇ ਸਭ ਨੇ ਤੇ ਸਾਰੇ ਤੈਨੂੰ ਧਿਆਨ ਰਹੇ ਹੈ। ਦਾਸ ਨੇ ਅੱਗੇ ਵੀ ਬੇਨਤੀ ਕੀਤੀ, ਉਹ ਅੱਗ ਹੈ, ਹਵਾ ਹੈ, ਪਾਣੀ ਹੈ, ਜੋ ਕੁਝ ਹੈ ਰੱਬ ਨੂੰ ਧਿਆਨ ਰਹੇ। ਜੀਵ ਜੰਤੂ ਮਨੁੱਖ ਜੋ ਕੁਝ ਵੀ ਹੈ, ਜੋ ਆਵਾਜ਼ ਹੈ, ਨਾਦ ਹੈ, ਉਹ ਰੱਬ ਦੀ ਉਸਤਤ ਹੋ ਰਹੀ ਹੈ। ਤੇਰੇ ਪੈਦਾ ਕੀਤੇ ਨੇ, ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ, ਸਾਰੇ ਤੇਰੇ ਭੈਸ ਨੇ, ਤੈਨੂੰ ਧਿਆਨ ਰਹੇ ਹਨ। ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਹਾਂ, ਜਿਹਦੇ ਤੇ ਤੂੰ ਬਖਸ਼ਿਸ਼ ਕਰਦਾ ਹੈ ਉਹ ਨਾਮ ਰਤਨ ਨੂੰ ਪ੍ਰਾਪਤ ਕਰ ਲੈਂਦੇ ਹੈ। ਹੁਣ ਬਹੁਤ ਕੁਝ, ਸਾਰਾ ਕੁਝ ਕਈਆਂ ਕੋਲ ਹੈ, ਪਰ ਨਾਮ ਰਤਨ ਨਹੀਂ ਹੈ। ਪਹਿਲਾਂ ਮਹਾਰਾਜ ਨੇ ਕਿਹਾ ਵੀ ਸਭ ਤੇਰੀ ਤੂੰ ਸਭ ਨੇ ਧਿਆਇਆ, ਜਾਂ ਜੋ ਤੂੰ ਦੇ ਸੋਈ ਹੋ ਪਾਈ। ਇਹ ਤੇ ਜਿਸ ਨੂੰ ਕਿਰਪਾ ਕਰੇ, ਜਿਹਦੇ ਤੇ ਮਿਹਰ ਕਰਦੇ, ਇਹਦਾ ਮਤਲਬ ਵੀ ਉਹਦੀ ਬਖਸ਼ਿਸ਼ ਤੋਂ ਬਗੈਰ ਨਾਮ ਨਹੀਂ ਮਿਲਦਾ। ਤਿੰਨ ਨਾਮ ਰਤਨ ਪਾਇਆ, ਨਾਮ ਰਤਨ ਨੂੰ ਹੀ ਪ੍ਰਾਪਤ ਕਰਨਗੇ ਜਿਹਦੇ ਤੇ ਉਹਦੀ ਬਖਸ਼ਿਸ਼ ਹੈ। ਸਾਰੇ ਤੇ ਨਾਮ ਨੂੰ, ਸਾਰੇ ਤੇ ਦਾਤਾ ਮੰਗਣੇ ਆਉਂਦੇ ਬਹੁਤ ਜ਼ਿਆਦਾ ਜਿਹੜੇ ਮਹਾਰਾਜ ਆਹ ਦੇ ਦਿਓ ਜੀ, ਆਹ ਦੇ ਦਿਓ ਜੀ, ਆਹ ਦੇ ਦਿਓ, ਖੀਰ ਤੱਕ ਉਹਨਾਂ ਦੀ ਤ੍ਰਿਸ਼ਨਾ ਹੀ ਨਹੀਂ ਖਤਮ ਹੁੰਦੀ, ਉਹ ਮੰਗਦੇ ਰਹਿੰਦੇ ਆ। ਤੇ ਜਿਹਨੂੰ ਨਾਮ ਮਿਲ ਗਿਆ ਉਹਦੇ ਤੇ ਬਹੁਤ ਵੱਡੀ ਬਖਸ਼ਿਸ਼ ਹੈ। ਕਿਰਪਾ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਗੁਰਮੁਖ ਦਾਤਾ ਮਨ ਮੁਖ ਗਵਾਇਆ। ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜਿਉਣ ਵਾਲਾ ਨਾਮ ਰਤਨ ਨੂੰ ਲੱਭ ਲੈਂਦਾ। ਨਾਦੇ ਦਾ ਅਰਥ ਲੱਭਣਾ, ਮਨ ਮੁਖ ਗਵਾਇਆ, ਮਨ ਮੁਖ ਤੇ ਜੋ ਕੁਝ ਹੈ ਉਹ ਵੀ ਗਵਾ ਲੈਂਦਾ। ਗੁਰਮੁਖ ਜੋ ਚਾਹੁੰਦੇ ਉਹ ਪ੍ਰਾਪਤ ਕਰ ਲੈਂਦਾ। ਮਨ ਮੁਖ ਕੋਲ ਜੋ ਹੈ ਉਹ ਕਈ ਵਾਰੀ ਗਵਾ ਲੈਂਦਾ। ਕੱਲ੍ਹ ਨਾ ਇਤਿਹਾਸ ਲੰਘਿਆ, ਉਹ ਡੱਲੇ ਕੋਲ ਨਾ ਬੜਾ ਪਿਆਰ ਸੀ ਗੁਰੂ ਸਾਹਿਬ ਦੇ ਪ੍ਰਤੀ, ਤੇ ਉਹ ਭੱਜ ਆਇਆ ਰਸਤੇ 'ਚ। ਮਹਾਰਾਜ ਨੇ ਕਿਹਾ ਵੀ ਅਸੀਂ ਦੱਖਣ ਨੂੰ ਜਾਣਾ ਨੰਦੇੜ, ਤੇ ਤੂੰ ਸਾਡੇ ਨਾਲ ਚੱਲ। ਉਹੀ ਡੱਲਾ ਜਿਹੜਾ ਕਹਿੰਦਾ ਸੀ ਮੇਰੀ ਜਾਨ ਚੜੀ ਜਾਵੇ, ਮਹਾਰਾਜ ਤੇ ਆਂਚ ਨਹੀਂ ਆਉਣ ਦਿਆਗਾ, ਉਹ ਵਜੀਦ ਖਾਨ ਨੂੰ ਚਿੱਠੀਆਂ ਕੋ ਲਿਖਦਾ ਰਿਹਾ। ਪਾਇਆ ਸੀ ਪਰ ਖੁੱਸ ਗਿਆ। ਤੇ ਰਸਤੇ 'ਚ ਮਹਾਰਾਜ ਰਾਤ ਨੂੰ ਸੁੱਤੇ ਹਨ। ਮਹਾਰਾਜ ਕਹਿੰਦੇ ਡੱਲਿਆ ਦੱਖਣ ਚੱਲ। ਪਹਿਲਾਂ ਇਹਨੇ ਜਵਾਬ ਦਿੱਤਾ, ਕਹਿੰਦਾ ਜੀ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਧੰਦੇ ਚੱਲਦੇ ਹੀ ਰਹਿੰਦੇ ਹੈ, ਅਸੀਂ ਚਾਹੁੰਦੇ ਤੈਨੂੰ ਨਾਲ ਲੈ ਕੇ ਜੀ। ਕਹਿੰਦਾ ਜੀ ਠੀਕ ਹੈ, 7 ਵਜੇ। ਤੇ ਮਹਾਰਾਜ ਨੂੰ ਸੁੱਤਿਆ ਪਿਆ ਹੀ ਛੱਡ ਕੇ ਭੱਜ ਆਇਆ ਜੀ ਡੱਲਾ। ਸਾਰਿਆਂ ਨੂੰ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ ਹੈ। ਇੱਕ ਰਾਮ ਸਿੰਘ ਸੀ ਨਾਲ, ਪਿਛਲੇ ਪੜਾਅ ਤੇ ਡੱਲਾ ਮਹਾਰਾਜ ਨੂੰ ਸੁੱਤਿਆ ਛੱਡ ਕੇ ਭੱਜ ਗਿਆ। ਅਗਲੇ ਪੜਾਅ ਤੇ ਉਹ ਰਾਮ ਸਿੰਘ ਵੀ ਮਹਾਰਾਜ ਦਾ ਸਾਥ ਛੱਡ ਗਿਆ। ਸਿੱਖ ਨੇ ਦੱਸਿਆ, ਕਹਿੰਦੇ ਮਹਾਰਾਜ ਰਾਮ ਸਿੰਘ ਵੀ ਭੱਜ ਗਿਆ। ਤੇ ਮਹਾਰਾਜ ਨੇ ਸਿੱਖ ਨੂੰ ਪਿੱਛੇ ਦੌੜਾਇਆ, ਕਹਿਣ ਲੱਗੇ ਜਾਓ ਤੂੰ ਰੋਕ ਕੇ ਲਿਆਓ ਵੀ ਗੁਰੂ ਸਾਹਿਬ ਜੀ ਕਹਿੰਦੇ ਤੂੰ ਨਹੀਂ ਜਾਣਾ। 3 ਵਾਰੀ ਸਿੱਖ ਨੇ ਬਚਨ ਕਹਿ ਵੀ ਮਹਾਰਾਜ ਕਹਿੰਦੇ ਨਾ ਜਾਇਓ। ਕਹਿੰਦਾ ਮੈਂ ਨਹੀਂ ਰੋਕ ਸਕਦਾ। ਸਿੱਖ ਨੇ ਆਣ ਕੇ ਦੱਸਿਆ, ਮਹਾਰਾਜ ਉਹ ਨਹੀਂ ਰੁਕਦਾ। ਉਹ ਕਹਿੰਦਾ ਜੀ ਮੈਂ ਨਹੀਂ ਵਾਪਸ ਮੁੜਦਾ।
ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥ 'ਚ ਇੱਕ ਰੁਮਾਲ ਹੈ ਤੇ ਮਹਾਰਾਜ ਨੇ ਰੁਮਾਲ ਦਿੱਤਾ, ਕਹਿਣ ਲੱਗੇ ਵੀ ਐਂ ਕਰ ਵੀ ਸਿੱਖਾ ਰੁਮਾਲ ਲੈ ਜਾ ਤੇ ਰੁਮਾਲ ਨਾਲ ਉਹਦੇ ਘੋੜੇ ਅੱਗੇ ਸੁੱਟ ਦੇ ਰਾਮ ਸਿੰਘ ਦੇ। ਇਹ ਰਾਮ ਸਿੰਘ ਉਹ ਹੀ ਜਿਹਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਹੈ। ਦੋ ਭਰਾ ਹਨ, ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦਿਆਂ ਦਾ ਕੋਈ ਸਿੱਖਾਂ ਦਾ ਨਾ ਸੰਸਕਾਰ ਕੀਤਾ, ਬਹੁਤ ਵੱਡੀ ਸੇਵਾ ਕੀਤੀ। ਪਰ ਅੱਜ ਗੁਰੂ ਕਹਿੰਦੇ ਮੇਰੇ ਕੋਲ ਰਹੋ, ਅੱਜ ਚੋਰੀ ਭੱਜ ਰਹੇ ਨੇ ਮਹਾਰਾਜ ਦੇ ਕੋਲੋਂ। ਇਹਦਾ ਮਤਲਬ ਹੈ ਬਖਸ਼ਿਸ਼ ਦੇ ਪਾਤਰ ਨਹੀਂ ਸਨ, ਨਹੀਂ ਸੀ ਇਹ ਰੱਬ ਦੀ ਬਖਸ਼ਿਸ਼ ਉਹ ਇਹਨਾਂ ਨੂੰ ਪ੍ਰਾਪਤ ਹੋਣੀ, ਤੇ ਮਹਾਰਾਜ ਦਾ ਸਾਥ ਛੱਡ ਕੇ ਭੱਜ ਗਏ। ਮਹਾਰਾਜ ਨੇ ਸਿੱਖ ਨੂੰ ਕਿਹਾ ਰੁਮਾਲ ਇਹਦੇ ਘੋੜੇ ਅੱਗੇ ਸੁੱਟ ਕੇ ਕਹੀ ਵੀ ਇਹ ਰੁਮਾਲ ਨਹੀਂ ਹੈ, ਇਹ ਮਹਾਰਾਜ ਦੀ ਦਸਤਾਰ ਸਮਝੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਇਹਨੂੰ ਲੰਘ ਕੇ ਨਾ ਜਾਏ। ਕਮਾਲ ਹੈ ਵੀ ਗੁਰੂ ਪਤਾ ਨਹੀਂ ਕੀ ਦੇਣਾ ਚਾਹੁੰਦਾ ਹੈ ਵੀ ਕਿਸੇ ਸਿੱਖ ਨੂੰ ਰੋਕ ਕੇ ਵੀ ਨਾ ਜਾਇਓ, ਰੁਮਾਲ ਸੁੱਟ ਕੇ ਮਾਰੇ। ਕਿਸੇ ਸਿੱਖ ਨੂੰ ਕਹੋ ਵੀ ਇਹ ਸਾਡੀ ਦਸਤਾਰ ਹੈ, ਤੇ ਦਸਤਾਰ ਦੀ ਬੇਅਦਬੀ ਨਾ ਕਰੇ। ਉਹ ਫਿਰ ਵੀ ਨਹੀਂ ਰੁਕਿਆ ਜੀ, ਕਹਿੰਦਾ ਮੈਂ ਨਹੀਂ ਵਾਪਸ ਮੁੜਦਾ, ਮੈਨੂੰ ਤੇ ਪਰਿਵਾਰ ਦਾ ਮੋਹ ਹੈ, ਮੈਨੂੰ ਸਾਰਾ ਕੁਝ। ਤੇ ਉਹ ਜਾ ਕੇ ਸਿੱਖ ਨੇ ਦੱਸਿਆ ਮਹਾਰਾਜ ਚਲੇ ਗਏ ਨੇ ਵਾਪਸ, ਡੱਲਾ ਵੀ ਨਹੀਂ ਮੁੜਿਆ ਰਾਮ ਸਿੰਘ। ਮਹਾਰਾਜ ਕਹਿੰਦੇ ਪਾਗਲਾਂ ਦੀ ਤਰ੍ਹਾਂ ਮਰਨਗੇ, ਫਿਰ ਇੱਕ ਦਿਨ ਉਹ ਮਰੇ। ਡੱਲੇ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਸੀ। ਉਹ ਫਿਰ ਕਵੀ ਨੇ ਸਾਰੀ ਗੱਲ ਦੱਸੀ, ਕਹਿੰਦੇ ਦੋ ਪੋਤਰੇ ਹਨ ਡੱਲੇ ਦੇ, ਬੱਚੇ ਵੀ ਪੋਤਰ ਵੀ ਮਰ ਗਏ, ਦੋ ਪੋਤਰੇ ਸਨ ਤੇ ਖੇਡ ਰਹੇ ਹਨ ਨਿੱਕੇ ਨਿੱਕੇ। ਉਹ ਮਹਾਰਾਜ ਨੇ ਬਚਨ ਸਹਿ ਸੁਭਾਏ ਕੀਤੇ ਵੀ ਗੁਰੂ ਤੋਂ ਬੇਮੁਖ ਹੋ ਕੇ ਚੱਲੇ, ਮੌਤ ਤੋਂ ਡਰਦੇ ਵੀ। ਵਾਪਸ ਮੁੜਨ ਦਾ ਕਾਰਨ ਇਹ ਵੀ ਵੱਡਾ ਸੀ ਵੀ ਮਹਾਰਾਜ ਤੇ ਕਿਤੇ ਰਸਤੇ 'ਚ ਹਮਲਾ ਹੋ ਗਿਆ ਤੇ ਅਸੀਂ ਐਵੇਂ ਮਹਾਰਾਜ ਦੇ ਨਾਲ ਮਾਰੇ ਜਾਵਾਂਗੇ, ਡਰ ਤੇ ਮੌਤ ਦਾ ਹੀ। ਤੇ ਮਹਾਰਾਜ ਨੇ ਕਿਹਾ ਵੀ ਮੌਤ ਤੋਂ ਡਰਦੇ ਹੀ ਵਾਪਸ ਮੁੜੇ, ਮੌਤ ਤੇ ਉੱਥੇ ਵੀ ਆਉਣੀ, ਪਾਗਲ ਹੋ ਕੇ ਮਰਨਗੇ। ਡੱਲੇ ਦਾ ਸਾਰਾ ਪਰਿਵਾਰ ਖਤਮ ਹੋਇਆ। ਦੋ ਇਹਦੇ ਪੋਤਰੇ ਸਨ, ਇਹਦੀ ਅੰਚ ਚੱਲਣੀ ਸੀਗਾ। ਉਹ ਤਕਲਾ, ਇੱਕ ਪੋਤਰੇ ਨੇ ਤਕਲਾ ਪਕੜਿਆ, ਖੇਡ ਰਹੇ ਹਨ ਤੇ ਉਹ ਅੱਗੇ ਦੌੜਦਾ, ਦੂਸਰਾ ਪੋਤਰਾ ਡੱਲੇ ਦਾ ਪਿੱਛੇ। ਤੇ ਉਹ ਇੱਕ ਬੱਚਾ ਤਕਲੇ ਤੇ ਡਿੱਗ ਪੈਂਦਾ, ਉਹਦੇ ਦਿਲ ਵਿੱਚ ਵੀ ਉਹ ਤਕਲਾ ਪਾਰ ਹੋ ਜਾਂਦਾ, ਉਹ ਬੱਚਾ ਮਰ ਜਾਂਦਾ ਉੱਥੇ। ਤੇ ਦੂਸਰਾ ਬਿਮਾਰ ਹੋ ਕੇ ਚੇਚਕ ਦੀ ਬਿਮਾਰੀ ਨਾਲ ਚੜਾਈ ਕਰ ਜਾਂਦਾ। ਤੇ ਜਿਹੜਾ ਉਹ ਰਾਮ ਸਿਉ ਸੀ ਉਹ ਪਾਗਲ ਹੋ ਕੇ ਕੰਧਾਂ ਨੂੰ ਟੱਕਰਾਂ ਮਾਰ ਕੇ ਮਰਿਆ 1 ਮਹੀਨੇ ਦੇ ਵਿੱਚ ਵਿੱਚ। ਨਾਮ ਰਤਨ ਤੇ ਸਾਰਨ, ਮਨਮੁਖ ਰਤਨ ਨੂੰ ਗਵਾ ਲੈਂਦੇ, ਗੁਰਮੁਖ ਲੱਭ ਲੈਂਦਾ। ਗੁਰਮੁਖ ਲੱਭਦਾ, ਮਨਮੁਖ ਗਵਾਇਆ। ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜਿਉਣ ਵਾਲਾ। ਗੁਰਮੁਖ ਦਾ ਅਰਥ ਹੈ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ, ਮਨਮੁਖ ਦਾ ਅਰਥ ਹੈ ਮਨ ਪਿੱਛੇ ਚੱਲਣ ਵਾਲਾ। ਤੇ ਗੁਰਮੁਖ ਸਤਿਗੁਰਾਂ ਤੋਂ ਨਾਮ ਰਤਨ ਦੀ ਪ੍ਰਾਪਤੀ ਕਰ ਲੈਂਦਾ। ਮਨਮੁਖ ਜੋ ਕੁਝ ਸੀ ਉਹ ਵੀ ਗਵਾ ਲੈਂਦਾ ਹੈ। ਵਾਹਿਗੁਰੂ ਜੀ ਤੂੰ ਆਪ ਹੀ ਤੇ ਵਿਛੋੜਿਆ। ਅਸੀਂ ਵਿਛੜ ਕੇ ਆਏ ਹਾਂ ਨਾ ਰੱਬ ਤੋਂ, ਤੇ ਮਾਇਆ ਨੇ ਪ੍ਰਭਾਵ ਪਾ ਲਿਆ, ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਮਨ ਵਰਤਾਇਆ। ਤੇ ਫਿਰ ਉਹ ਬਖਸ਼ਿਸ਼ ਕਰਕੇ ਇੱਕ ਦਿਨ ਫਿਰ ਆਪ ਨਾਲ ਬੁਲਾ ਲੈਂਦਾ, ਆਪ ਹੀ ਵੀ ਛੋੜ ਦਿੰਦਾ, ਆਪ ਹੀ ਫਿਰ ਬੁਲਾ ਲੈਂਦਾ ਹੈ। ਵਾਹਿਗੁਰੂ ਜੀ ਤੂੰ ਇੱਕ ਦਰਿਆ ਆ ਤੇ ਜੀਵ ਜੰਤੂ ਲਹਿਰਾਂ ਨੇ, ਤੇਰੇ ਝੂਠੀਆਂ ਤੇਰੇ 'ਚ ਹੀ ਸਮਾ ਜਾਣਗੀਆਂ। ਅਸੀਂ ਰੱਬ 'ਚੋਂ ਪੈਦਾ ਹੋਏ, ਰੱਬ 'ਚ ਇੱਕ ਦਿਨ ਸਮਾ ਜਾਣਾ। ਆਓ ਕਰਮਾਂ ਦੀ ਸਾਡੀ ਗੱਲ ਹੈ ਵੀ ਅਸੀਂ ਕਿਸ ਪਾਸੇ ਨੂੰ ਅੱਗੇ ਚੱਲਣਾ ਹੈ। ਜੇ ਤੇ ਚੰਗੇ ਕਰਮ ਨੇ ਰੱਬ 'ਚ ਆਤਮਾ ਸਮਾ ਜਾਏਗੀ, ਜੇ ਚੰਗੇ ਕਰਮ ਨਹੀਂ ਵਿਛੋੜਾ ਫਿਰ ਬਣਿਆ ਰਹੇਗਾ। ਕੀ ਪਤਾ ਕਿਹੜੀ ਜ਼ੋਨ 'ਚ ਆਵਾਂਗੇ। ਜਿੱਥੇ ਰਹਿੰਦੇ ਨਾ ਘੁੰਮਣਾ ਉੱਥੇ ਹੀ ਹੈ। ਜੇ ਮੰਨ ਲਓ ਮੇਰੇ ਸਰੀਰ ਛੱਡਣ ਲੱਗੇ ਦੀ ਸੁਰਤ ਘਰੇ ਕਿਤੇ ਮਕਾਨ 'ਚ ਰਹੇਗੀ ਵੀ ਇਹ ਮਕਾਨ ਤੇ ਮੇਰੇ ਜਾਣ ਤੋਂ ਬਾਅਦ ਖਾਲੀ ਹੋ ਜਾਣਾ। ਮਹਾਰਾਜ ਕਹਿੰਦੇ ਪ੍ਰੇਤ ਬਣ ਕੇ ਉੱਥੇ ਭੌਂਦਾ ਫਿਰੇਗਾ ਮਕਾਨ ਦੇ ਉੱਪਰ, ਨਾ ਤੂੰ ਟਿਕਣਾ ਹੈ ਤੇ ਨਾ ਰਹਿਣ ਵਾਲਿਆਂ ਨੂੰ ਮਕਾਨ 'ਚ ਟਿਕਣ ਦੇਣਾ। ਤੇ ਜੇ ਬਿਰਤੀ ਚਲੀ ਗਈ, ਧੀਆ ਪੁੱਤਰਾਂ ਕਈਆਂ ਦੇ ਨਲਾਇਕ ਹੁੰਦੇ, ਕਈਆਂ ਦੇ ਛੋਟੇ ਹੁੰਦੇ ਆ, ਦੋਵਾਂ ਦਾ ਧਿਆਨ ਹੀ ਬੱਚਿਆਂ ਦਾ। ਜੇ ਤੇ ਕੋਈ ਕਿਸੇ ਦੇ ਨਲਾਇਕ ਹੈ ਤੇ ਬਾਪ ਜਾਣ ਲੱਗਾ ਇਸ ਚਿੰਤਾ 'ਚ ਹੀ ਜਾਂਦਾ ਹੈ ਵੀ ਇਹਨਾਂ ਨੇ ਤਾਂ ਮੇਰਾ ਕਮਾਇਆ ਸਾਰਾ ਖਾ ਪੀ ਜਾਣਾ ਹੈ, ਉਹ ਵੀ ਚਿੰਤਾ ਹੈ। ਤੇ ਕਈਆਂ ਦੇ ਵੈਸੇ ਹੀ ਬੱਚੇ ਨਿੱਕੇ ਹੁੰਦੇ ਆ, ਬਾਪ ਤੁਰ ਜੇ ਧਿਆਨ ਬੱਚਿਆਂ 'ਚ ਰਹਿ ਜਾਂਦਾ ਵੀ ਇਹ ਨਿੱਕੇ ਨਿੱਕੇ ਹੁਣ ਕੀ ਕਰਨਗੇ, ਕਿਵੇਂ ਕਮਾ ਕੇ ਖਾਣਗੇ। ਧਿਆਨ ਫਿਰ ਵੀ ਬੱਚਿਆਂ 'ਚ ਰਿਹਾ। ਤੇ ਜੇ ਬੱਚਿਆਂ 'ਚ ਰਹਿ ਗਿਆ, ਮਹਾਰਾਜ ਕਹਿੰਦੇ ਅਗਲਾ ਜਨਮ ਸੂਰ ਦਾ ਫਿਰ ਮਿਲਣਾ ਹੈ। ਧਿਆਨ ਅਸੀਂ ਸ਼ਬਦ ਨਾਲ ਲਾਉਣਾ, ਧਿਆਨ ਅਸੀਂ ਵਾਹਿਗੁਰੂ ਨਾਲ ਜੋੜਨਾ, ਤਾਂ ਅਸੀਂ ਸੰਦੀਪ ਕਾਲਵੰਤ ਇਹ ਦਰਿਆ ਤੇ ਅਸੀਂ ਲਹਿਰਾਂ ਆ, ਤੇ ਉਹਦੇ ਵਿੱਚ ਹੀ ਲਹਿਰਾਂ ਸਮੁੰਦਰ ਦੇ ਵਿੱਚ ਹੀ ਹੁੰਦੀ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੇਰੇ ਵਿੱਚੋਂ ਹੀ ਤੇਰੀਆਂ ਲਹਿਰਾਂ ਉੱਠੀਆਂ ਹੀ ਪੈਦਾ ਹੋਏ। ਤੁਝ ਬਿਨ ਦੂਜਾ ਕੋਈ ਨਹੀਂ, ਵਾਹਿਗੁਰੂ ਤੇਰੇ ਤੋਂ ਬਗੈਰ ਦੂਸਰਾ ਕੋਈ ਹੈ ਹੀ ਨਹੀਂ ਹੈ। ਹੈਗਾ ਰੱਬ ਵਰਗਾ ਕੋਈ ਦੂਸਰਾ? ਨਾ ਜੀ।
ਤੁਜ ਬਿਨ ਦੂਜਾ ਕੋਈ ਨਾਹੀਂ। ਤਾਂ ਬਹੁਤ ਵਾਰੀ ਬਚਨਾ ਹੈ, ਤੁਧ ਬਿਨ ਦੂਜਾ ਨਾਹੀਂ ਕੋਏ। ਅਨੇਕਾਂ ਵਾਰੀ ਸ਼ਬਦ ਆਇਆ। ਤੇਰੇ ਵਰਗੀ ਹਸਤੀ ਰੱਬ ਜੀ ਕੋਈ ਦੂਸਰੀ ਨਹੀਂ। ਜੀ ਅਜੰਤ ਸਭ ਤੇਰਾ ਖੇਡ। ਆ ਜੀਵ ਜੰਤੂ ਤੂੰ ਪੈਦਾ ਕੀਤੇ ਤੇਰੀ ਖੇਡ ਹੈ, ਇਹ ਤੂੰ ਤਮਾਸ਼ਾ ਵੇਖ ਰਿਹਾ। ਆ ਪਿੱਛੇ ਨਾ ਪੁਤਲੀਆਂ ਹੁੰਦੀਆਂ ਹਨ ਖੇਡਣ ਵਾਲੀਆਂ, ਪੁਤਲੀਆਂ ਬਣਾਈਆਂ ਹੁੰਦੀਆਂ ਸੀ ਤੇ ਉਹ ਬਰੀਕ ਬਰੀਕ ਧਾਗੇ ਨਾ ਪੁਤਲੀਆਂ ਦੇ ਬਾਹਾਂ 'ਚ ਲੱਤਾਂ 'ਚ ਪਾਏ ਹੁੰਦੇ ਹਨ ਤੇ ਉਹ ਹੱਥ 'ਚ ਧਾਗੇ ਪਕੜੇ ਹੁੰਦੇ ਹੈ ਤੇ ਹੱਥ ਲਾ ਕੇ ਪੁਤਲੀਆਂ ਨੂੰ ਬੰਦੇ ਨਚਾਉਂਦੇ ਹੁੰਦੇ ਹਨ, ਆਪਣੇ ਖੇਡ ਤਮਾਸ਼ਾ ਕਰਦੇ ਹੁੰਦੇ ਹਨ। ਬਸ ਅਸੀਂ ਉਹ ਪੁਤਲੀਆਂ ਤੇ ਸਾਨੂੰ ਨਚਾਉਣ ਵਾਲਾ ਉਹ ਵਾਹਿਗੁਰੂ ਹੈ, ਉਹਦੇ ਹੱਥ 'ਚ ਸਾਡੀ ਡੋਰ ਹੈ। ਤੇ ਜਿਵੇਂ ਨਾਨਕ ਵੱਜਦਾ ਜੰਤ ਵਜਾਇਆ, ਜੀ ਜੰਤ ਸਭ ਤੇਰਾ ਖੇਡ। ਇਹ ਤੇਰੀ ਖੇਡ ਹੈ, ਤੂੰ ਸਾਨੂੰ ਨਚਾ ਰਿਹਾ ਹੈ, ਟਪਾ ਰਿਹਾ ਹੈ। ਉਹ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਕਹਿੰਦੇ ਇਹ ਤੇਰੀ ਖੇਡ ਹੈ, ਤੂੰ ਸਾਨੂੰ ਨਚਾ ਰਿਹਾ ਹੈ। ਜੀ ਜੰਤ ਤੇਰੇ ਪੈਦਾ ਕੀਤੇ ਹਨ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਵਿਜੋਗ ਵਿਛੋੜਦਾ ਹੈ ਤੇ ਸੰਜੋਗ ਬਣਾਉਂਦਾ ਹੈ। ਵਿਜੋਗ ਪੈ ਗਿਆ ਸਾਡਾ ਰੱਬ ਨਾਲੋਂ, ਮੇਲ ਵਿਛੜਿਆ, ਸਰੀਰ ਮਿਲ ਗਿਆ ਤੇ ਰੱਬ ਵਿਛੜ ਗਿਆ। ਵਿਜੋਗ ਨੇ ਸਾਨੂੰ ਰੱਬ ਨਾਲੋਂ ਤੋੜ ਦਿੱਤਾ। ਸਰੀਰ ਲੈ ਕੇ ਆਏ, ਰੱਬ ਨਾਲੋਂ ਦੂਰ ਹੋ ਗਏ, ਕਾਫੀ ਦੂਰ। ਜਿੰਨੇ ਸਾਲ ਸਾਨੂੰ ਜਨਮ ਲਿਆ ਨੂੰ ਹੋ ਗਏ, ਜੇ ਨਹੀਂ ਜਪਦੇ ਆ ਨਾ ਉਹਨੇ ਸਾਲ ਹੀ ਰੱਬ ਨਾਲੋਂ ਟੁੱਟਿਆ ਨੂੰ ਹੋ ਗਿਆ। ਇਹ ਤੇ ਬੜਾ ਸਮਾਂ ਹੋ ਗਿਆ। ਵਿਜੋਗ ਨੇ ਰੱਬ ਨਾਲੋਂ ਵਿਛੋੜਿਆ, ਸਰੀਰ ਮਿਲ ਗਿਆ, ਵਿਛੜੇ ਸੰਜੋਗਾਂ ਨੇ ਫਿਰ ਮੇਲ ਕਰਾਇਆ। ਆਹ ਸੰਜੋਗ ਹੈ ਸਾਡਾ, ਗੁਰੂ ਨਾਲ ਮੇਲ ਹੋ ਗਿਆ। ਵਿਜੋਗ ਵਿਛੋੜਦੇ ਆ, ਸੰਜੋਗ ਮਿਲਾ ਦਿੰਦੇ ਹਨ, ਪਰ ਇਹ ਸੰਜੋਗ ਵਿਜੋਗ ਧੁਰੋਂ ਹੀ ਹੋਆ। ਧੁਰੋਂ ਲਿਖਿਆ ਹੁੰਦਾ ਰੱਬ ਨੇ ਮਿਲਣਾ, ਇਹਨੇ ਵਿਛੜਨਾ। ਸੰਜੋਗ ਬਣਿਆ ਤੇ ਅਸੀਂ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬੈਠੇ। ਜਿਸ ਨੂੰ ਤੂੰ ਜਾਣਾਏ ਹੈ, ਜਿਸ ਨੂੰ ਤੂੰ ਜਾਣਾਏ ਹੈ, ਵੀ ਜਿਹਨੂੰ ਤੂੰ ਆਪਣੇ ਬਾਰੇ ਜਾਣਕਾਰੀ ਦੇ ਦਿੰਦਾ। ਅਸੀਂ ਰੱਬ ਬਾਰੇ ਕੁਝ ਨਹੀਂ ਸਮਝ ਸਕਦੇ, ਰੱਬ ਕੁਝ ਸਮਝ ਦੇ ਦੇ ਆਪਣੇ ਬਾਰੇ। ਮਨੁੱਖ ਜਾਣ ਜਾਂਦਾ ਕੁਝ ਨਾ ਕੁਝ, ਕੁਝ ਨਾ ਕੁਝ, ਸਭ ਕੁਝ ਨਹੀਂ। ਸਭ ਕੁਝ ਸਾਡੀ ਸਮਝ 'ਚ ਆਉਣਾ ਹੀ ਨਹੀਂ ਹੈ, ਕਿਉਂਕਿ ਸਾਡਾ ਦਾਇਰਾ ਘੇਰਾ ਰੱਬ ਜਿਹੜਾ ਨਹੀਂ ਹੈ। ਸਾਡੀ ਸੋਚ ਉਹ ਰੱਬ ਜਿੱਡੀ ਥੋੜ੍ਹੀ ਹੈ। ਅਸੀਂ ਤੇ ਜਿੰਨਾ ਕੁ ਸਮਝ ਆਏਗਾ ਓਨਾ ਕੀ ਸਮਝਣਾ। ਬੱਚਾ ਨਾ ਨਿੱਕਾ ਜਿਹਾ ਨਿੱਕੀ ਜੀ ਗੱਲ ਨਹੀਂ ਸਮਝੇਗਾ, ਇਹ ਤੁਹਾਡੀ ਉਹ ਬੁੱਝੀਆਂ ਗੱਲਾਂ ਨਹੀਂ ਉਹ ਜਾਣ ਸਕਦਾ। ਬੱਚੇ ਨੂੰ ਜਿੰਨੀ ਕੁ ਸਮਝ, ਮਹਾਰਾਜ ਨੇ ਕਿਹਾ ਨਾ ਆਸਾ ਕੀ ਵਾਰ 'ਚ, ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ। ਸਿਆਣੇ ਬੰਦੇ ਦੀ ਨਿਆਣੇ ਬੰਦੇ ਨਾਲ ਦੋਸਤੀ ਨਹੀਂ ਜੇ ਨਿਭਦੀ। ਨਿਆਣੇ ਨੇ ਆਪਣੀ ਮਨਮਰਜ਼ੀ ਕਰਨੀ, ਸਿਆਣੇ ਨੇ ਕਹਿਣਾ ਇਸ ਤਰ੍ਹਾਂ ਚੱਲ, ਤੇ ਨਿਆਣੇ ਨੇ ਸਿਆਣੇ ਦੀ ਨਹੀਂ ਮੰਨਣੀ, ਤੇ ਨਿਆਣੇ ਦੇ ਪਿੱਛੇ ਸਿਆਣੇ ਨੇ ਵੀ ਨਹੀਂ ਲੱਗਣਾ। ਜੇ ਇੱਕ ਅੱਧ ਚੰਗੀ ਕਰੇ, ਬੱਚੇ ਨੇ ਇੱਕ ਕੰਮ ਚੰਗਾ ਕੀਤਾ, ਦੂਜੀ ਭੀ ਵੇ ਰਾਸ, ਨਾਲ ਦੀ ਨਾਲ ਮਾੜਾ ਵੀ ਕਰਦਾ ਹੈ। ਤੁਸੀਂ ਪਾਣੀ ਮੰਗਿਆ ਵੀ ਪੁੱਤਰ ਪਾਣੀ ਲਿਆ, ਫਰਿੱਜ 'ਚੋਂ ਉਹਨੇ ਪਾਣੀ ਲਿਆਂਦਾ, ਚੰਗਾ ਕੰਮ ਹੈ। ਲਿਆ ਕੇ ਤੁਹਾਡੇ ਕੱਪੜਿਆਂ ਤੇ ਰੋੜ ਤਾਂ ਮਾੜਾ ਕੰਮ ਹੈ। ਬੱਚਾ ਹੀ ਨਾ, ਪਤਾ ਨਹੀਂ ਲੱਗਾ, ਚੰਗਾ ਵੀ ਕਰਦਾ ਨਾਲ ਦੀ ਨਾਲ ਬੱਚਾ ਮਾੜਾ ਵੀ ਕਰਦਾ। ਹੋਏ ਇਹ ਆਣਾ ਕਦੇ ਕੰਮ ਆਣ ਨਾ ਸਕੈ ਰਾਸ। ਉਹ ਕੰਮ ਕਈ ਦੀ ਰਾਸ ਨਹੀਂ ਆਉਂਦੇ ਹੈ ਜਿਹੜਾ ਬੱਚਾ ਕਰਦਾ, ਅਣਜਾਣਪੁਣੇ ਜਿਹੜੇ ਕੀਤੇ ਜਾਂਦੇ ਆ। ਇੱਥੇ ਮਹਾਰਾਜ ਜਿਸ ਨੂੰ ਤੂੰ ਜਾਣਾਏ ਹੈ, ਵੀ ਜਿਹਨੂੰ ਤੂੰ ਆਪਣੇ ਬਾਰੇ ਜਾਣਕਾਰੀ ਦੇ ਦੇਣਾ ਹੈ, ਸੋਈ ਜਨ ਜਾਣੈ। ਉਹੀ ਜਨ ਤੁਹਾਨੂੰ ਜਾਣ ਸਕਦਾ ਹੈ। ਰੱਬ ਆਪਣੇ ਬਾਰੇ ਕੁਝ ਦੱਸਦੇ, ਅਸੀਂ ਜਾਣ ਸਕਦੇ ਹਾਂ। ਅਸੀਂ ਰੱਬ ਬਾਰੇ ਕੁਝ ਨਹੀਂ ਜਾਣ ਸਕਦੇ। ਆਪਣਾ ਕੀਤਾ ਕਿਛੂ ਨਾ ਹੋਵੇ, ਆਪਣੀ ਮਰਜ਼ੀ ਨਾਲ ਅਸੀਂ ਰੱਬ ਬਾਰੇ ਨਹੀਂ ਜਾਣ ਸਕਦੇ। ਹਾਂ, ਹਰ ਗੁਣ ਸਦ ਹੀ ਆਖ ਵਖਾਣੈ। ਹਰ ਗੁਣ ਸਦ ਹੀ ਆਖ ਵਖਾਣੈ। ਆਖਣੇ ਚਾਹੀਦੇ ਤੇ ਵਿਖਿਆਨ ਕਰਨਾ ਚਾਹੀਦਾ ਗੁਣਾਂ ਦਾ। ਗੁਣ ਗਾਉਣੇ ਚਾਹੀਦੇ ਆ ਤੇ ਗੁਣ ਸੁਣਾਉਣੇ ਵੀ ਚਾਹੀਦੇ ਆ। ਅਸੀਂ ਦੋ ਕੰਮ ਨਹੀਂ ਕਰ ਰਹੇ ਤੇ ਗਾ ਵੀ ਰਹੇ ਸਾਰਾ। ਇੱਕ ਹੁੰਦਾ ਨਿਤਨੇਮ, ਅੰਮ੍ਰਿਤ ਵੇਲੇ ਹੋਇਆ, ਗ੍ਰੰਥੀ ਨੇ ਕੀਤਾ ਵੀ ਤੇ ਸੰਗਤ ਨੇ ਸੁਣਿਆ ਵੀ। ਦੋ ਕਰਮ ਹੋਏ, ਇੱਕ ਤਾਂ ਆਪਣਾ ਹੋ ਗਿਆ, ਇੱਕ ਸੰਗਤ ਨੇ ਵੀ ਸੁਣਿਆ। ਇਹ ਨਿਤਨੇਮ ਇਸ ਕਰਕੇ ਗੁਰਦੁਆਰੇ ਜਦੋਂ ਹੁੰਦਾ ਹੈ,
ਸਾਰੇ ਬਾਣੀ ਨਹੀਂ ਪੜ੍ਹਦੇ, ਅਨਪੜ੍ਹ ਹੁੰਦੇ ਹਨ, ਤੇ ਗ੍ਰੰਥੀ ਸਿੰਘ ਉੱਚੀ ਉੱਚੀ ਨਿਤਨੇਮ ਕਰੇ ਤੇ ਸੰਗਤ ਆਣ ਕੇ ਸੁਣੇ, ਸੁਣਨ ਵਾਲਿਆਂ ਦਾ ਵੀ ਨਿਤਨੇਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਗੁਣ ਗਾਉਣੇ ਨਹੀਂ ਗੁਣ ਸੁਣਾਉਣੇ ਵੀ ਹਨ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਨ੍ਹਾਂ ਨੇ ਉਸ ਹਰ ਨੂੰ ਜਪ ਲਿਆ, ਉਹਦੀ ਸੇਵਾ ਕਰ ਲਈ, ਉਹਨਾਂ ਨੂੰ ਕੀ ਮਿਲਿਆ? ਤਿੰਨ ਸੁਖ ਪਾਇਆ, ਉਹਨਾਂ ਨੂੰ ਸੁਖ ਮਿਲਿਆ। ਗੁਰਮੁਖ ਸਿਮਰਨ 'ਚ ਹੈ ਹੀ ਸੁਖ ਹੈ। ਕੱਲ੍ਹ ਵਿਦਾਰ ਨੇ ਪੰਕਤੀ ਪੜ੍ਹੀ ਸੀ, ਸੁਖਮਨੀ ਸਾਹਿਬ ਦੀ ਪਹਿਲੀ ਪੰਕਤੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਸਿਮਰੇਗਾ ਤੈਨੂੰ ਸੁਖ ਪ੍ਰਾਪਤ ਹੋਣਾ। ਉਸੇ 'ਚ ਅੱਗੇ ਜਾ ਕੇ ਕਿਹਾ, ਕਿਣਕਾ ਏਕ ਜਿਸ ਜੀ ਪਸਾਵੇ ਤਾਂ ਕੀ ਮਹਿਮਾ, ਗਣੀ ਨਾ ਆਵੇ ਕਾਂਖੀ ਇੱਕ ਹੈ, ਦਰਸ ਤੁਹਾਰੂ ਨਾਨਕ ਓਨ ਸੰਗ ਮੋਹੇ। ਉਧਾਰੂ ਜਿਹਨਾਂ ਨੂੰ ਸੁਖ ਪ੍ਰਾਪਤ ਹੋ ਗਿਆ, ਮੈਨੂੰ ਵੀ ਉਹਨਾਂ ਦੇ ਨਾਲ ਜੋੜ ਕੇ ਉਧਾਰ ਦੇਣਾ ਕਰੋ। ਸਹਜੇ ਹੀ ਹਰ ਨਾਮ ਸਮਾਇਆ। ਫਿਰ ਜੀਵ ਆਤਮਕ ਅਡੋਲਤਾ 'ਚ ਟਿਕ ਕੇ ਨਾਮ ਵਿੱਚ ਸਮਾ ਜਾਂਦਾ ਹੈ। ਜਾਂ ਤੇ ਮਨੁੱਖ ਨਾਮ 'ਚ ਸਮਾ ਜਾਏ, ਜਾਂ ਨਾਮ ਮਨੁੱਖ ਦੇ ਹਿਰਦੇ 'ਚ ਸਮਾ ਜਾਏ। ਇਹਦਾ ਅਰਥ ਇਹ ਕੀ ਹੈ? ਸਹਿਜੇ ਹੀ ਹਰ ਨਾਮ ਸਮਾਇਆ। ਸਹਿਜ ਅਵਸਥਾ 'ਚ ਪਹੁੰਚ ਕੇ, ਜਾਂ ਸਹਿਜੇ ਦਾ ਅਰਥ ਇਹ ਵੀ ਕਰ ਸਕਦੇ, ਸਹਿਜੇ ਹੀ ਨਾਮ 'ਚ ਜੀਵ ਸਮਾ ਜਾਂਦਾ। ਇਹ ਕੋਈ ਔਖੀ ਗੱਲ ਨਹੀਂ ਹੈ। ਹਾਂ, ਵਿਚਾਰ ਕੀਤੀ ਆਖਣ ਔਖਾ ਸਾਚਾ ਨਾਓ, ਪਰ ਜਿਹੜਾ ਜਪਣਾ ਸ਼ੁਰੂ ਕਰ ਦਿੰਦਾ ਉਹਦੇ ਵਾਸਤੇ ਕੋਈ ਔਖਾ ਨਹੀਂ ਹੈ। ਆਪ ਜੀ ਇੱਥੇ ਆਉਂਦੇ ਹੋ, ਕਿੰਨਾ ਕੁ ਔਖਾ ਕੰਮ ਹੈ। ਜਿਹੜਾ ਨਹੀਂ ਆਉਂਦਾ ਉਹ ਕਹਿੰਦਾ ਜੀ ਮੈਂ ਨਹੀਂ ਚੌਂਕੜਾ ਮਾਰ ਕੇ ਨਾ ਚਿਰ ਬੈਠ ਸਕਦਾ ਜਿੰਨਾ ਚਿਰ ਤੁਸੀਂ ਬੈਠ ਜਾਂਦੇ। ਤੁਹਾਡੇ ਵਾਸਤੇ ਕੋਈ ਔਖਾ ਨਹੀਂ ਹੈ, ਤੇ ਜਿਹਨੇ ਅਜੇ ਸ਼ੁਰੂ ਕਰਨਾ ਉਹਦੇ ਵਾਸਤੇ ਬਹੁਤ ਔਖਾ ਹੈ। ਉਹਦੇ ਵਾਸਤੇ ਔਖਾ ਹੀ ਹੈ। ਸਾਡੇ ਵਾਸਤੇ 4-5 ਘੰਟੇ ਰੋਜ਼ ਦਾ ਚੌਂਕੜਾ ਹੈ, ਕੋਈ ਔਖੀ ਗੱਲ ਨਹੀਂ ਹੈ। ਤੇ ਜਿਹਦੇ ਕੋਲ ਚੌਂਕੜਾ ਨਹੀਂ ਵੱਜਦਾ ਉਹਦੇ ਵਾਸਤੇ ਬੜਾ ਔਖੀ ਗੱਲ ਹੈ। ਮਹਾਰਾਜ ਕਹਿੰਦੇ ਹੈ, ਸਹਿਜੇ ਮਨੁੱਖ ਨਾਮ 'ਚ ਸਮਾ ਜਾਂਦਾ। ਹਾਂ, ਮਨੁੱਖ ਨੂੰ ਯਤਨ ਕਰਨਾ ਚਾਹੀਦਾ ਹੈ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਵਾਹਿਗੁਰੂ ਜੀ, ਤੂੰ ਆਪੇ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ, ਤੇ ਤੇਰਾ ਕੀਤਾ ਹੀ ਸਾਰਾ ਕੁਝ ਹੋ ਰਿਹਾ ਹੈ। ਰੱਬ ਦਾ ਕੀਤਾ ਹੀ ਹੋ ਰਿਹਾ ਹੈ। ਗਰਮੀ ਹੈ, ਉਹਦੀ ਬਣਾਈ ਹੋਈ ਹੈ। ਬਾਰਿਸ਼ਾਂ ਦੀ ਸ਼ਾਮ ਨੂੰ ਉਹਨੇ ਪਾ ਦੇਣੀ ਹੈ। ਦਿਨ ਹੈ, ਉਹਦਾ ਚੜਾਇਆ ਚੜਿਆ। ਰਾਤ ਆਏਗੀ, ਉਹਨੇ ਇਹਨਾਂ ਨੂੰ ਬੰਨ੍ਹਿਆ। ਤੂੰ ਕਰਤਾ ਹੈ ਸਭ ਕੁਝ ਦਾ, ਜੋ ਪੈਦਾ ਕੀਤਾ ਰੱਬ ਨੇ ਕੀਤਾ। ਤੇਰਾ ਕੀਆ ਸਭ ਹੋਏ, ਤੇਰਾ ਕੀਤਾ ਹੀ ਸਭ ਕੁਝ ਹੋ ਰਿਹਾ ਹੈ। ਤੁਧ ਬਿਨ ਦੂਜਾ ਅਵਰ ਨ ਕੋਈ। ਵਾਹਿਗੁਰੂ ਜੀ, ਤੁਧ ਬਿਨ ਦੂਜਾ, ਤੇਰੇ ਤੋਂ ਬਗੈਰ ਕੋਈ ਦੂਸਰਾ, ਅਵਰ ਨਾ ਕੋਈ ਦੂਜਾ ਹੈ ਹੀ ਨਹੀਂ। ਜਿਹਨੇ ਆਪਾਂ ਕਹਿ ਸਕੀਏ ਵੀ ਆਹ ਤੇ ਰੱਬ ਨੇ ਬਣਾਇਆ, ਦੂਸਰੇ ਰੱਬ ਨੇ ਬਣਾਇਆ, ਆਹ ਤੇ ਰੱਬ ਨੇ ਬਣਾਇਆ, ਤੀਸਰੇ ਰੱਬ ਨੇ ਬਣਾਇਆ, ਉਹਦੇ ਵਰਗਾ ਕੋਈ ਦੂਸਰਾ ਨਹੀਂ। ਉਹਨੇ ਹੀ ਸਭ ਕੁਝ ਪੈਦਾ ਕੀਤਾ ਹੈ। ਕਰ ਕਰ ਵੇਖਹਿ ਜਾਣਹਿ ਸੋਈ। ਵਾਹਿਗੁਰੂ ਜੀ, ਤੂੰ ਪੈਦਾ ਕਰ ਕਰਕੇ ਵੇਖਦਾ ਹੈ ਤੇ ਜਾਣੈ ਸੋਏ। ਫਿਰ ਜਾਣੈ ਸੋਏ ਦਾ ਅਰਥ ਕੀਤੇ ਨੇ ਵੀ ਤੂੰ ਸਾਰਿਆਂ ਦੀ ਪ੍ਰਤਪਾਲਣਾ ਵੀ ਕਰਦਾ ਹੈ। ਪੈਦਾ ਕਰਕੇ ਵੇਖ ਰਿਹਾ ਔਰ ਉਹਨਾਂ ਨੂੰ ਸਾਂਭ ਵੀ ਰਿਹਾ, ਉਹਨਾਂ ਦੀ ਪ੍ਰਤਪਾਲਣਾ ਵੀ ਕਰ ਰਿਹਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਈ। ਮਹਾਰਾਜ ਕਹਿੰਦੇ, ਨਾਨਕ ਗੁਰਮੁਖ ਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ। ਪਹਿਲਾਂ ਵੀ ਬਚਨ ਆਏ, ਗੁਰਮੁਖ ਲਾਧਾ ਮਨਮੁਖ ਗਵਾਇਆ। ਗੁਰਮੁਖ ਦੇ ਅੰਦਰ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ, ਉਹਦੇ ਹਿਰਦੇ 'ਚ ਇੱਕ ਦਿਨ ਨਾਮ ਪ੍ਰਗਟ ਹੋ ਜਾਂਦਾ ਹੈ। ਆਸਾ ਮਹਲਾ ਪਹਿਲਾ ਤਿਤ ਸਰਵਰਣੈ ਪਹਿਲੇ ਨਿਵਾਸਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸਰਵਰਣੇ ਅਰਥ ਤਲਾਬ, ਛੱਪੜ, ਦਰਿਆ। ਇਹਦਾ ਅਰਥ ਕੋਈ ਵੀ ਕਰ ਸਕਦੇ ਆ। ਬੜਾ ਸਖਤ, ਜਾਂ ਆਪਾਂ ਇਹ ਕਹਿ ਸਕਦੇ ਵੀ ਜਿਹੜਾ ਛੱਪੜ ਉਹ ਬੜਾ ਡੂੰਘਾ, ਤੇ ਜਿਹੜਾ ਦਰਿਆ ਆ ਉਹ ਲਹਿਰਾਂ ਬੜੀਆਂ ਉਹਦੇ ਵਿੱਚ ਦੀ ਵਗ ਰਹੀਆਂ। ਤੂੰ ਤਿਤ ਸਰਵਰਣੇ ਪਹਿਲੇ ਨਿਵਾਸਾ, ਉਹ ਡਰਾਉਣੇ ਤਲਾਬ ਦੇ ਅੰਦਰ ਸਾਡਾ ਵਾਸ ਹੈ। ਤਲਾਬ ਸੰਸਾਰ ਨੂੰ ਕਿਹਾ ਗਿਆ, ਉਹਦੇ ਵਿੱਚ ਹੀ ਤੇ ਅਸੀਂ ਰਹਿੰਦੇ ਹਾਂ। ਪਾਣੀ ਪਾਵਕ ਤਿਨਹਿ ਕੀਆ। ਪਾਣੀ ਦੀ ਥਾਂ ਤੇ ਤ੍ਰਿਸ਼ਨਾ ਦੀ ਅੱਗ ਦੀਆਂ ਲਹਿਰਾਂ ਉੱਠਦੀਆਂ। ਚਲੋ ਪਾਣੀ 'ਚ ਤਾਂ ਕਿਸੇ ਨੂੰ ਤੈਰਨਾ ਆਉਂਦਾ ਹੋਏਗਾ, ਉਹ ਤੈਰ ਸਕਦਾ ਹੈ। ਤੇ ਹੁਣ ਉੱਥੇ ਤ੍ਰਿਸ਼ਨਾ ਦੀਆਂ ਲਹਿਰਾਂ, ਪਾਵਕ ਅੱਗ ਨੂੰ ਕਹਿੰਦੇ ਆ ਜੀ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ।
ਖਾਰੇ ਹੋਣਾ ਇਹੋ ਜਿਹੇ ਸਮੁੰਦਰ ਤੋਂ ਤੂੰ ਹੀ ਪਾਰ ਕਰ ਸਕਦਾ ਹੈ। ਪਾਣੀ ਦੀਆਂ ਲਹਿਰਾਂ ਹੋਣ ਕਿਸੇ ਤਰੀਕੇ ਨਾਲ ਪਾਰ ਹੋ ਸਕਦਾ ਸਮੁੰਦਰ ਦਰਿਆ, ਪਰ ਅੱਗ ਦੀਆਂ ਲਾਟਾਂ ਵਿੱਚ ਦੀ ਲੰਘਣਾ ਤੇ ਬੜਾ ਔਖਾ ਹੈ ਨਾ। ਇਹ ਤੇ ਵਾਹਿਗੁਰੂ ਬਖਸ਼ਿਸ਼ ਕਰੇ ਤੇ ਉਹ ਬਚਾ ਸਕਦਾ ਹੈ ਨਾ। ਵੀ ਕੋਈ ਬਲ ਦੀ ਅੱਗ ਚੋਂ ਬਚ ਜੇ, ਇਹ ਤੇ ਵਾਹਿਗੁਰੂ ਦੀ ਬਖਸ਼ਿਸ਼ ਵਰਤੇਗੀ ਨਾ। ਇਹ ਤਲਾਬ, ਇਹ ਜਿਹੜਾ ਛੱਪੜ ਬੜਾ ਡਰਾਉਣਾ ਹੈ, ਬੜਾ ਭਿਆਨਕ ਗਹਿਰਾ ਹੈ। ਇਹਦੇ ਵਿੱਚ ਜਿਹੜੀਆਂ ਅੱਗ ਦੀਆਂ ਬੜੀਆਂ ਲਹਿਰਾਂ ਉੱਠ ਰਹੀਆਂ ਹਨ। ਪੰਕਜ ਮੋਹ ਪਗ ਨਹੀਂ ਚਾਲੈ। ਕਹਿੰਦੇ ਮੋਹ ਦਾ ਚਿੱਕੜ ਹੈ ਪੰਕ, ਜੋ ਮੋਹ ਪੱਗ ਨਹੀਂ ਚਾਲੇ, ਇੱਕ ਕਦਮ ਤੋਂ ਨਹੀਂ ਪੁੱਟਿਆ ਜਾਂਦਾ। ਰੱਬ ਵਾਲੇ ਪਾਸੇ ਬੜਾ ਔਖਾ ਹੈ, ਇੱਕ ਕਦਮ ਪੁੱਟਣਾ ਸੰਸਾਰ ਵੱਲੋਂ। ਪੰਕ ਜੋ ਮੋਹ ਪੱਗ ਨਹੀਂ ਚਾਲੈ। ਮਹਾਰਾਜ ਕਹਿੰਦੇ ਵੀ ਹੁਣ ਵੇਖੋ, ਆਪਾਂ ਪਰਿਵਾਰ 'ਚ ਰਹਿੰਦੇ ਹਾਂ, ਤੁਸੀਂ ਧਰਮ ਕਮਾਉਣਾ ਚਾਹੁੰਦੇ ਹੋ, ਇੱਕ ਦਿਨ ਵੀ ਤੁਸੀਂ ਗੁਰਦੁਆਰੇ ਨਹੀਂ ਕੱਢ ਸਕਦੇ, ਕਿਉਂਕਿ ਸਾਡਾ ਉਹ ਮੋਹ 'ਚ ਫਸੇ ਹੈ। ਇਹੀ ਤੇ ਚਿੱਕੜ ਹੈ। ਛੱਪੜ 'ਚ ਕੀ ਹੁੰਦਾ? ਚਿੱਕੜ। ਤੇ ਚਿੱਕੜ 'ਚ ਬੰਦਾ ਦਲਦਲ 'ਚ ਬੰਦਾ ਫਸ ਜੇ, ਨਿਕਲ ਨਹੀਂ ਸਕਦਾ ਆਪਣੇ ਆਪ। ਕੋਈ ਨਾ ਕੋਈ ਕੱਢੇਗਾ ਤੇ ਫਿਰ ਨਿਕਲ ਸਕਦਾ। ਔਰ ਇੱਕ ਕੱਢੇ ਵੀ ਇੱਕ, ਮੰਨ ਲਓ ਕੋਈ ਦਲਦਲ 'ਚ ਫਸ ਜਾਂਦਾ ਹੈ, ਉਹ ਆਵਾਜ਼ਾਂ ਮਾਰਦਾ। ਦਲਦਲ ਜਦੋਂ ਕੋਈ ਫਸ ਜਾਂਦਾ, ਉਹ ਥੱਲੇ ਨੂੰ ਧੱਸਦਾ ਜਾਂਦਾ ਹੈ। ਪਾਣੀ ਵਿੱਚ ਦੀ ਤੇ ਹੱਥ ਪੈਰ ਮਾਰ ਕੇ ਬੰਦਾ ਉੱਪਰ ਪਾਰ ਕਿਤੇ ਨਾ ਕਿਤੇ ਸਿਰੇ ਲੱਗ ਜਾਂਦਾ ਹੈ। ਜਦੋਂ ਚਿੱਕੜ 'ਚ ਫਸਦਾ ਹੈ ਨਾ, ਇਹ ਮਾਇਆ ਮੋਹ ਦਾ ਚਿੱਕੜ ਹੈ, ਤੇ ਉਹਦੇ 'ਚ ਕਦਮ ਨਹੀਂ ਪੁੱਟਿਆ ਜਾਂਦਾ। ਦਲਦਲ 'ਚ ਨਹੀਂ ਪੈਰ ਪੁੱਟ ਕੇ ਅੱਗੇ ਧਰ ਸਕਦਾ ਬੰਦਾ, ਪੈਰ ਫਸ ਜਾਂਦੇ ਵਿੱਚ। ਤੇ ਫਿਰ ਉਹ ਆਵਾਜ਼ ਮਾਰਦੇ ਤੇ ਕਈ ਵਾਰੀ ਆਪਣੀ ਇੱਕ ਬਾਂਹ ਇੱਕ ਪਾਸੇ ਵਾਲੇ ਨੂੰ ਫੜਾ ਦਿੰਦਾ, ਇੱਕ ਬਾਂਹ ਤੋਂ ਫਿਰ ਉਹ ਕੱਢ ਨਹੀਂ ਸਕਦੇ, ਦੋਵੇਂ ਪਾਸੋਂ ਖਿੱਚਦੇ ਹੋਣਾ। ਹੁਣ ਚਿੱਕੜ 'ਚ ਫਸਿਆ ਹੈ, ਆਵਾਜ਼ ਮਾਰਦਾ, ਇੱਕ ਬਾਂਹ ਪਕੜੇਗਾ, ਉਹ ਖਿੱਚੇਗਾ ਤੇ ਦਲਦਲ 'ਚੋਂ ਨਿਕਲਣਾ ਹੈ। ਆਪਣੇ ਆਪ ਬੰਦਾ ਨਹੀਂ ਦਲਦਲ 'ਚੋਂ ਨਿਕਲ ਸਕਦਾ। ਬਾਬਾ ਮਹਾਰਾਜ ਨੇ ਇਹੀ ਤੇ ਬਚਨ ਕਹੇ, ਅਸੀਂ ਮਾਇਆ ਦੇ ਮੋਹ ਦੇ ਚਿੱਕੜ 'ਚ ਸਾਡੇ ਪੈਰ ਫਸੇ ਹੋਏ ਨੇ, ਤੇ ਮਹਾਰਾਜ ਵੀ ਅਸੀਂ ਨਿਕਲ ਨਹੀਂ ਸਕਦੇ ਹਾਂ। ਤੇ ਅਸੀਂ ਜਦੋਂ ਸੰਸਾਰ ਨੂੰ ਵੇਖਿਆ, ਸਾਡੇ ਦੇਖਦਿਆਂ ਮਾਇਆ ਮੋਹ ਦੇ ਚਿੱਕੜ 'ਚ ਬਹੁਤ ਡੁੱਬ ਗਏ। ਆਹ ਦਾਸ ਨੇ ਪਹਿਲਾਂ ਬੇਨਤੀ ਕੀਤੀ, ਡੱਲਾ ਤੇ ਰਾਮ ਸਿਓ ਮਾਇਆ ਮੋਹ ਦੇ ਚਿੱਕੜ 'ਚ ਤੇ ਡੁੱਬੇ ਹਨ। ਕਹਿੰਦੇ ਜੀ ਪਰਿਵਾਰ 'ਚੋਂ ਨਹੀਂ ਅਸੀਂ ਰਹਿ ਸਕਦੇ ਜੀ, ਮਹਾਰਾਜ ਵੀ ਉਹ ਸਾਡੇ ਰਾਜ ਨੇ, ਉਹਨਾਂ ਨੂੰ ਕੌਣ ਸੰਭਾਲੇਗਾ? ਇਹ ਚਿੱਕੜ ਹੀ ਤੇ ਹੈ। ਅਸੀਂ ਦਲਦਲ 'ਚ ਫਸੇ ਹੈ, ਨਹੀਂ ਛੱਡ ਕੇ ਪਰਿਵਾਰ ਜਾ ਸਕਦੇ। ਜੇ ਕੋਈ ਜਾਂਦਾ ਵੀ ਤੇ ਲੋਭ ਦਾ ਮਾਰਿਆ ਜਾਂਦਾ ਹੈ। ਵੈਸੇ ਪਰਿਵਾਰ ਛੱਡਣਾ ਬੜਾ ਔਖਾ ਹੈ। ਤੁਸੀਂ ਕਹੋ ਵੀ ਮੈਂ ਧਰਮ ਕਮਾਉਣਾ, ਬੰਦਗੀ ਕਰਨੀ, ਤੇ ਮੇਰਾ ਪਰਿਵਾਰ ਨਾਲ ਕੋਈ ਵਾਸਤਾ ਨਹੀਂ ਹੈ, ਐਵੇਂ ਛੱਡਣਾ ਬੜਾ ਔਖਾ ਹੈ। ਤੇ ਪਰਿਵਾਰ ਨੂੰ ਛੱਡ ਕੇ ਸਾਡਾ ਇੱਕ ਇੱਕ ਬੱਚਾ ਵੀ ਬਾਹਰ ਬੈਠੇ ਆ, ਕਿਤੇ ਨਾ ਕਿਤੇ ਲੋਭ ਲਾਲਚ, ਪੈਸੇ ਕਮਾਉਣ ਲਈ ਤਾਂ ਅਸੀਂ ਪਰਿਵਾਰ ਛੱਡ ਦਿੱਤਾ, ਰੱਬ ਨੂੰ ਪਾਉਣ ਲਈ ਪਰਿਵਾਰ ਨਹੀਂ ਇਹ ਛੱਡਿਆ ਜਾਂਦਾ। ਨਾ ਤੁਸੀਂ ਛੱਡਣ ਦੇਣਾ। ਮੇਰਾ ਬੱਚਾ ਕਹੇ ਵਿਦੇਸ਼ ਜਾਣਾ, ਮੈਂ ਬੜੀ ਪਿਆਰ ਨਾਲ ਖੁਸ਼ੀ ਤੋਰਾਂਗਾ। ਪਾਰਟੀ ਵੀ ਕਰਦੇ ਨੇ ਹੁੰਦੇ ਲੋਕ ਵੀ ਖੁਸ਼ੀ ਚੱਲਿਆ। ਤੇ ਜੇ ਉਹੀ ਬੱਚਾ ਆਖੇ ਵੀ ਬਾਪੂ ਮੈਂ ਸਭ ਕੁਝ ਹੀ ਛੱਡ ਕੇ ਮੈਂ ਤਾਂ ਬੰਦਗੀ ਕਰਨ ਚੱਲਿਆ, ਦੱਸੋ ਤੁਹਾਡੀ ਕੀ ਹਾਲਤ ਹੋਏਗੀ? ਤੁਸੀਂ ਬੰਦਗੀ ਕਰਨੀ ਉਹਦੇ ਤੋਰੋਗੇ। ਸਾਡੇ ਉਸਤਾਦ ਜੀ ਇੱਕ ਗੱਲ ਕਹਿੰਦੇ ਹਨ, ਕਹਿੰਦੇ ਵੀ 15-16 ਸਾਲ ਬੱਚਾ ਸਕੂਲ ਜਾਂਦਾ ਹੈ, ਅਸੀਂ ਉਹਨੂੰ ਪੜ੍ਹਾਉਣੇ ਆ ਵੀ ਇਹ ਚੰਗੀ ਜੋਬ ਪ੍ਰਾਪਤ ਕਰੇ, ਇਹ ਚੰਗਾ ਕਿ ਕੋਈ ਚਲੋ ਆਪਣਾ ਕੋਈ ਵਪਾਰ ਬਿਜ਼ਨਸ ਚਲਾ ਲੇ। ਤੇ ਉਹ 15 ਤੇ ਕਹਿੰਦੇ ਇੰਨੇ ਸਾਲ ਕਿਤੇ ਬੰਦੇ ਨੂੰ ਬੰਦਗੀ ਕਰਾਈ ਹੁੰਦੀ ਤੇ ਮਾਇਆ ਪਿੱਛੇ ਦੌੜਨ ਦੀ ਫਿਰ ਲੋੜ ਨਹੀਂ ਰਹਿਣੀ। ਜੇ 15-16 ਸਾਲ ਉਹ ਬੱਚੇ ਨੂੰ ਧਰਮ ਘੁਮਾਇਆ ਹੁੰਦਾ, ਉਹਨੂੰ ਚੌਂਕੜਾ ਭਰਵਾਇਆ ਹੁੰਦਾ, 15 ਸਾਲ ਬੰਦਗੀ ਕਰ ਲੈਂਦਾ, ਫਿਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਏ, ਫਿਰ ਕਿਸੇ ਦੇ ਅੰਡਰ ਨੌਕਰੀ ਕਰਨ ਦੀ ਉਹਨੂੰ ਲੋੜ ਨਹੀਂ ਰਹਿਣੀ। ਫਿਰ ਸਾਰੀ ਖਲਕਤ ਤੇ ਉਹਦਾ ਹੁਕਮ ਚੱਲਣਾ ਹੈ, ਉਹਨੇ ਕਰਤੇ 'ਚ ਸਮਾ ਦੇਣਾ ਸੀ ਇੰਨੇ ਸਾਲਾਂ ਦੇ ਵਿੱਚ। ਬੱਚਾ ਹੁੰਦਾ ਹੈ ਨਾ, ਬੱਚੇ ਨੂੰ ਜਿੱਧਰ ਮਰਜ਼ੀ, ਧਰੂ ਦੀ ਮਾਂ ਨੇ ਨਿੱਕੇ ਜਿਹੇ ਨੂੰ ਬੰਦਗੀ 'ਚ ਜੋੜਿਆ, ਕੋਈ 36,000 ਸਾਲ ਕਹਿੰਦੇ ਰਾਜ ਕਰਕੇ ਗਿਆ। ਤੇ ਜੇ ਕਹਿੰਦੀ ਵੀ ਪਿਓ ਆਪਦੇ ਪਿਓ ਦਾ ਗਲਾ ਘੁੱਟਦੇ ਰਾਤ ਨੂੰ ਤਾਂ ਤੈਨੂੰ ਰਾਜ ਮਿਲੇਗਾ, ਤੇ ਫਿਰ ਉਹ ਅਰਨਾਕ 'ਚ ਬਿਰਤੀ ਹੋਣੀ ਸੀ, ਫਿਰ ਤੇ ਕੋਈ ਉਹ ਧਰੂ ਤੇ ਬੰਨਾ ਨਹੀਂ ਉਹਨੇ। ਵੀ ਅਸੀਂ ਕਾਮਯਾਬ ਧਰਮ ਦੀ ਦੁਨੀਆ, ਕੌਣ ਧਰਮ ਦੀ ਦੁਨੀਆ 'ਚ ਕਾਮਯਾਬ ਕਰਨਾ ਚਾਹੁੰਦਾ ਬੱਚੇ ਨੂੰ? ਸਕੂਲ ਜਾਣਾ ਜ਼ਰੂਰੀ ਹੈ, ਪੜ੍ਹ ਲਿਖੇਗਾ ਕਾਮਯਾਬ ਇੱਕ ਦਿਨ ਬਣੇਗਾ। ਗੁਰਦੁਆਰੇ ਜਾਣਾ ਜ਼ਰੂਰੀ ਨਹੀਂ। ਮਾਂ ਉਹਨਾਂ ਦਬਾਅ ਉਹਨਾਂ ਬੱਚੇ ਨੂੰ ਪ੍ਰੇਰਿਆ ਜਾਂਦਾ ਜਿੰਨਾ ਸਕੂਲ ਵਾਸਤੇ ਅਸੀਂ ਪ੍ਰੇਰਦੇ ਗੁਰਦੁਆਰੇ ਆਉਣ ਵਾਸਤੇ। ਧਰਮ ਅਸੀਂ ਉਹਨਾਂ ਨੂੰ ਕਮਾਉਣ ਹੀ ਨਹੀਂ ਦੇਣਾ ਚਾਹੁੰਦੇ। ਧਨ ਕਮਾਉਣ ਦੇ ਅਸੀਂ ਲਾਇਆ ਹੋਇਆ, ਆਪ ਵੀ ਲੱਗੇ ਹਾਂ ਤੇ ਬੱਚਿਆਂ ਨੂੰ ਵੀ ਉਸ ਪਾਸੇ ਅਸੀਂ ਜੋੜਿਆ ਹੋਇਆ। ਤੇ ਫਿਰ ਨਿਕਲਾਂਗੇ ਕਿਵੇਂ ਮਾਇਆ ਮੋਹ ਚੋਂ? ਨਹੀਂ ਨਿਕਲ ਸਕਾਂਗੇ। ਹਾਂ,
ਸਾਨੂੰ ਮਹਾਰਾਜ ਨੇ ਗ੍ਰਸਤ ਨੂੰ ਪ੍ਰਧਾਨਤਾ ਦੇ ਕੇ ਗ੍ਰਸਤ ਦੇ ਵਿੱਚ ਰਾਜ ਤੇ ਜੋਗ ਦੋ ਚੀਜ਼ਾਂ ਦਿੱਤੀਆਂ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਅਸੀਂ ਰਾਜੇ ਵੀ ਬਣਨਾ ਤੇ ਜੋਗੀ ਵੀ ਬਣਨਾ ਹੈ। ਰਾਜ ਵੀ ਹੋਵੇ ਜੋਗ ਵੀ ਹੋਵੇ। ਇਹ ਗੱਲਾਂ ਸਾਰਿਆਂ 'ਚ ਨਹੀਂ ਹੁੰਦੀਆਂ, ਜਿਹਦੇ 'ਚ ਹੁੰਦੀਆਂ ਉਹਨਾਂ ਨੂੰ ਵਰਲਡ ਫਿਰ ਚੇਤੇ ਕਰਦਾ ਹੈ। ਮਹਾਰਾਜ ਰਾਜੇ ਵੀ ਸਨ, ਤਿਆਗੀ ਵੀ ਸਨ ਗੁਰੂ ਗੋਬਿੰਦ ਸਿੰਘ ਸਾਹਿਬ। ਉਹ ਰਾਜੇ ਵੀ ਨੇ, ਜੋਗੀ ਵੀ ਨੇ। ਆ ਇੱਕ ਬੱਚੇ ਦਾ ਕੱਲ੍ਹ ਅੰਤਮ ਅਰਦਾਸ ਹੋਈ, ਉਹਦੇ 'ਚ ਗੁਣ ਸਨ ਕੁਝ ਵੀ ਉਹ ਵੱਡੇ ਵੱਡੇ ਵਿਦੇਸ਼ਾਂ 'ਚੋਂ ਨਹੀਂ ਉਹ ਰਹਿਣਾ ਪਸੰਦ ਕੀਤਾ, ਉਹਨੇ ਬੰਬੇ ਰਹਿਣਾ ਪਸੰਦ ਨਹੀਂ ਕੀਤਾ, ਉਹਨੇ ਚੰਡੀਗੜ੍ਹ ਰਹਿਣਾ ਪਸੰਦ ਨਹੀਂ ਕੀਤਾ, ਉਹ ਆਪਣੇ ਪਿੰਡ ਰਹਿ ਰਿਹਾ। ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਬੜੀਆਂ ਚੰਗੀਆਂ ਲੱਗੀਆਂ। ਇੱਕ ਕਲਾਕਾਰ 'ਤੇ ਵੀ ਇੰਨਾ ਇਕੱਠ ਹੋ ਸਕਦਾ ਉਹ ਕੱਲ੍ਹ ਵੇਖਣ ਨੂੰ ਮਿਲਿਆ। ਸ਼ਾਇਦ ਮੇਰੇ ਖਿਆਲ ਇਸ ਸਮੇਂ 'ਚ ਕਿਤੇ ਪ੍ਰਧਾਨ ਮੰਤਰੀ ਵੀ ਚਲਾ ਜਾਵੇ, ਲੋਕ ਇੰਨੇ ਚਾਅ ਨਾਲ ਉੱਥੇ ਨਹੀਂ ਜਾਣਗੇ ਜਿੰਨੇ ਉੱਥੇ ਗਏ ਆ। ਉਹ ਨਿੱਕੀਆਂ ਨਿੱਕੀਆਂ ਗੱਲਾਂ। ਉਹ ਬਾਪ ਉਹਦਾ ਵੀ ਬੋਲ ਰਿਹਾ ਸੀ, ਕਹਿੰਦਾ ਵੀ ਭਾਵੇਂ ਮੇਰਾ ਬੱਚਾ ਇੰਨਾ ਕਾਮਯਾਬ, ਕਰੋੜਾਂ ਰੁਪਈਆ ਉਹਨੇ ਕਮਾਇਆ ਤੇ ਪੈਸੇ ਮੇਰੇ ਤੋਂ ਮੰਗ ਕੇ ਲੈ ਜਾਂਦਾ ਰਿਹਾ, ਬਾਪੂ ਮੈਨੂੰ 500 ਰੁਪਈਆ ਚਾਹੀਦਾ, 1000 ਰੁਪਈਆ। ਇਹ ਉਹਦੇ 'ਚ ਗੁਣ ਸਨ। ਕੋਈ ਐਡਾ ਉੱਚਾ ਹੋ ਕੇ ਕੋਈ ਐਡੇ ਧਰਤੀ ਦੇ ਤਲ 'ਤੇ ਰਹਿ ਸਕਦਾ ਹੈ। ਇਹ ਕੁਝ ਗੁਣ ਹੁੰਦੇ ਨੇ, ਕਿਸੇ ਦੇ ਅੰਦਰ ਹੁੰਦੇ ਹੈ, ਤੇ ਫਿਰ ਗੁਣਾ ਕਰਕੇ ਉਹ ਬੰਦਾ ਸੰਸਾਰ ਦੇ ਵਿੱਚ ਫਿਰ ਜਾਣਿਆ ਪਛਾਣਿਆ ਵੀ ਜਾਂਦਾ ਹੈ। ਤੇ ਮਹਾਰਾਜ ਨੇ ਇਹੀ ਤੇ ਗੱਲ ਕਹੀ, ਮਾਇਆ ਮੋਹ 'ਚੋਂ ਨਿਕਲਣਾ ਬੜਾ ਔਖਾ ਹੈ। ਸਾਰੇ ਬੰਦੇ, ਜਿਹਦਾ ਇੱਕ ਬੱਚਾ ਗਿਆ ਪਤਾ ਨਹੀਂ ਉਹ ਪੱਕਾ ਹੋਇਆ ਕਿ ਨਹੀਂ, ਸਾਰੇ ਸੋਚੀ ਬੈਠੇ ਵਿਦੇਸ਼ ਜਾ ਕੇ ਆਪਾਂ ਤਾਂ ਇੱਕ ਦਿਨ ਉੱਥੇ ਜਾ ਕੇ ਰਹਿਣ ਲੱਗ ਪੈਣਾ। ਕਾਹਦੇ ਵਾਸਤੇ? ਕੀ ਹੈ? ਕੀ ਸੋਚਿਆ ਅਸੀਂ ਅੱਗੇ ਆਉਣ ਵਾਲੇ ਸਮੇਂ ਬਾਰੇ? ਧਰਮ ਕਮਾਉਣ ਬਾਰੇ ਤਾਂ ਅਸੀਂ ਕੁਝ ਨਹੀਂ ਸੋਚਿਆ। ਬੱਚਾ ਕਾਮਯਾਬ ਹੋ ਗਿਆ, ਆਪਾਂ ਉੱਥੇ ਕੀ ਲੈਣ ਜਾਣਾ? ਆਪਾਂ ਇੱਥੇ ਬਾਣੀ ਪੜ੍ਹਦੇ ਹਾਂ, ਬੱਚਾ ਕਮਾਉਂਦਾ ਹੈ, ਇੱਥੇ ਧਰਮ ਕਮਾਉਣੇ ਆ, ਆਪਣਾ ਜਨਮ ਮਰਨ ਕੱਟਦੇ ਹਾਂ। ਇਹ ਨਹੀਂ ਕੋਈ ਸੋਚਦਾ। ਉੱਥੇ ਜਾ ਕੇ ਆਨੰਦ ਲਾਂਗੇ, ਸਿਸਟਮ ਚੰਗਾ ਜੀ, ਫਲਾਣਾ ਚੰਗਾ, ਖਾਣ ਵਾਲੀਆਂ ਚੀਜ਼ਾਂ ਚੰਗੀਆਂ, ਉਹ ਚੰਗਾ। ਉਹ ਮਹਾਰਾਜ ਕਹਿੰਦੇ ਇਹ ਕਰਕੇ ਫਿਰ ਜੇ ਜਨਮ ਮਰਨ 'ਚ ਪੈ ਗਏ ਤੇ ਖਾਣ ਦਾ ਮਤਲਬ ਕੀ ਰਹਿ ਗਿਆ? ਧਰਮ ਕਮਾ। ਪਰ ਅਸੀਂ ਨਿਕਲ ਹੀ ਨਹੀਂ ਸਕਦੇ। ਪੰਕ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੇ ਡੂਬੀ ਵਾਲੇ। ਅਸੀਂ ਦੇਖਿਆ ਸਾਰੇ ਮਾਇਆ ਮੋਹ ਦੇ ਚਿੱਕੜ 'ਚ ਡੁੱਬ ਗਏ, ਕੋਈ ਵੀ ਨਹੀਂ ਨਿਕਲ ਸਕਿਆ। ਮਾਖੀ ਰਾਮ ਕੀ ਤੂੰ ਮਾਖੀ, ਉਹ ਗਿੱਲੇ ਗੁੜ ਵਾਲੀ ਗੱਲ ਵੀ ਉਹ ਪੈਰ ਫਸ ਗਏ ਇਹਨਾਂ ਦੇ ਮਾਇਆ 'ਚ ਤੇ ਚਿਪਕ ਕੇ ਮਾਇਆ ਦੇ ਉੱਪਰ ਹੀ ਸਰੀਰ ਛੱਡ ਗਏ। ਧਰਮ ਤੇ ਕਮਾਉਣ ਦੀ ਕਿਸੇ ਨੇ ਗੱਲ ਨਹੀਂ ਕੀਤੀ। ਗੁਰੂ ਸਾਹਿਬ ਕਹਿੰਦੇ ਅਸੀਂ ਵੇਖਿਆ ਤੇ ਸਾਰੇ ਮਾਇਆ ਮੋਹ 'ਚ ਡੁੱਬ ਗਏ ਜੀ। ਮਨ ਏਕ ਨ ਚੇਤਸ ਮੂੜ ਮਣਾ। ਮਨ ਮੂੜ ਮਣਾ, ਮੂਰਖ ਮਣਾ, ਏਕ ਨਾ ਚੇਤਸ ਮਣਾ। ਮੂਰਖਾ, ਤੂੰ ਇੱਕ ਨੂੰ ਚੇਤੇ ਨਹੀਂ ਕਰਦਾ। ਕਿੰਨਾ ਕੁ ਕਰਦੇ ਆ? ਚਲੋ ਕਰਦੇ ਆ, ਚੰਗੀ ਗੱਲ ਹੈ ਜਿਹੜਾ ਕਰਦਾ ਹੈ। ਕਰਨ ਪਿੱਛੇ ਵੀ ਕਿਤੇ ਲਾਲਚ ਤੇ ਨਹੀਂ ਵੀ ਇਹ ਰੱਬ ਨੂੰ ਚੇਤੇ ਕਰਦੇ ਨਹੀਂ। ਕੋਈ ਮੰਗਣੇ ਆਉਣੇ ਆ ਜੋ ਕੋਈ ਲਾਲਚ ਹੈ। ਨਿਸ਼ਕਾਮ ਨਹੀਂ ਹੋਣਾ ਪਏਗਾ ਸਾਨੂੰ, ਨੇਹ ਕੰਮ ਨਹੀਂ ਹੋਣਾ ਪਏਗਾ। ਸਵਾਮੀ ਮਾਲਕ ਦੀ ਪ੍ਰਾਪਤੀ ਫਿਰ ਹੋਣੀ ਹੈ। ਆਉਂਦੇ ਆਉਂਦੇ ਅਸੀਂ ਨਿਸ਼ਕਾਮ ਬਣ ਜਾਈਏ। ਮਹਾਰਾਜ ਮੇਰੀ ਕੋਈ ਬਸ ਤੇਰੇ ਨਾਲ ਹੀ ਪਿਆਰ ਹੈ, ਮੈਂ ਤੇ ਪਿਆਰ ਕਰਕੇ ਆਉਣਾ ਹੈ। ਤੁਸੀਂ ਕਿਹਾ ਸੰਗਤ ਕਰਨੀ, ਬਸ ਆ ਜਾਂਦਾ, ਕੋਈ ਮੰਗ ਨਹੀਂ ਹੈ। ਕਰਦਿਆਂ ਕਰਦਿਆਂ ਮਨੁੱਖ ਸਮਾ ਜਾਂਦਾ ਜੀ ਉਹਦੇ 'ਚ। ਪਰ ਮਹਾਰਾਜ ਕਹਿੰਦੇ ਮੂਰਖ ਬੜਾ, ਮੂੜ ਬੜਾ, ਤੂੰ ਇੱਕ ਨੂੰ ਚੇਤੇ ਨਹੀਂ ਕਰਦਾ ਹੈ। ਬਿਸਰਤ ਤੇਰੇ ਗੁਣ ਗਲਿਆ। ਰੱਬ ਤੈਨੂੰ ਵਿਸਰ ਗਿਆ ਤੇ ਗੁਣ ਗਲ ਗਏ ਤੇਰੇ। ਗੱਲ ਨਾਲ ਸੜਨਾ ਕਹਿੰਦੇ ਨੇ। ਆ ਜਿਹੜੇ ਕਈ ਵਾਰੀ ਨਾ ਚੀਜ਼ਾਂ ਕੁਝ ਗਲ ਜਾਂਦੀਆਂ, ਕੁਝ ਸੜ ਜਾਂਦੀਆਂ। ਸੜਨਾ ਗਲਣਾ ਇਹਦਾ ਇੱਕ ਹੀ ਹੈ, ਫਲ ਹੈ। ਤੁਸੀਂ ਘਰੇ ਲਿਆ ਕੇ ਰੱਖ ਦਿਓ, ਉਹਨੂੰ ਨਾ ਵਰਤੋਗੇ, ਉਹ ਸੜ ਗਲ ਜਾਣਾ ਇੱਕ ਦਿਨ। ਮਹਾਰਾਜ ਕਹਿੰਦੇ ਗੁਣ, ਗੁਣ ਕਿੱਥੇ ਸਨ? ਗੁਣ ਸਾਡੇ 'ਚ ਸਨ। ਗੁਣ ਜਦੋਂ ਅਸੀਂ ਆਏ, ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਸਾਨੂੰ ਲੋਕਾਂ ਨੇ ਰੱਬ ਕਿਹਾ, ਇਹ ਬੱਚਾ ਰੱਬ ਰੂਪ ਹੈ। ਉਹ ਗੁਣ ਸੀ ਇੱਕ ਸਾਡੇ 'ਚ। ਹੁਣ ਉਹ ਗੁਣ ਕਿੱਧਰ ਗਿਆ ਜੀ? ਇਹ ਰੱਬ ਨੂੰ ਚੇਤੇ ਰੱਖਦੇ ਨਾ, ਉਹ ਗੁਣ ਸਾਡੇ 'ਚ ਅੱਜ ਵੀ ਹੋਣਾ ਹੈ। ਲੋਕਾਂ ਨੇ ਅੱਜ ਵੀ ਸਾਨੂੰ ਰੱਬ ਕਹਿਣਾ ਹੈ, ਪਰ ਰੱਬ ਨੂੰ ਅਸੀਂ ਭੁੱਲ ਗਏ ਤੇ ਉਹ ਗੁਣ ਸੜ ਗਿਆ। ਲੋਕਾਂ ਨੇ ਕਿਹਾ ਅਸੀਂ ਬੱਚਾ ਰੱਬ ਰੂਪ ਹੁੰਦਾ ਹੈ। ਉਦੋਂ ਅਸੀਂ ਰੱਬ ਸਮਝ ਤੋਂ ਬੱਚੇ ਹਾਂ। ਹੁਣ ਅਸੀਂ ਕੀ ਹੈ? ਹੁਣ ਤੇ ਅਸੀਂ ਰਾਖਸ਼ ਬਣ ਗਏ ਹਾਂ। ਹੁਣ ਤੇ ਇਹ ਰਾਵਣ ਵਰਗੀ ਬਿਰਤੀ ਹੈ। ਹੁਣ ਅਸੀਂ ਚੰਗੇ ਨਹੀਂ ਹੈ। ਹੁਣ ਅਸੀਂ ਦੇਵਤੇ ਨਹੀਂ ਰਹੇ, ਹੁਣ ਅਸੀਂ ਦੈਤ ਬਣ ਗਏ ਹਾਂ। ਕਿਉਂਕਿ ਰੱਬੀ ਗੁਣ ਜਿਹੜੇ ਵਿਸਾਰ ਦਿੱਤੇ ਹੈ ਤੇ ਜਿਹੜੇ ਸੰਸਾਰ 'ਚੋਂ ਨੇ ਉਹ ਭੈੜੇ ਗੁਣ ਜਿਹੜੇ ਅਸੀਂ ਧਾਰਨ ਕਰ ਲਏ ਆ। ਹਰ ਬਿਸਰਤ ਤੇਰੇ ਗੁਣ ਗਲਿਆ। ਰੱਬ ਨੂੰ ਤੂੰ ਬੰਦਿਆ ਭੁੱਲ ਗਿਓ। ਜਿਹੜੇ ਚੰਗੇ ਗੁਣ ਦੇ ਕੇ ਰੱਬ ਨੇ ਤੈਨੂੰ ਭੇਜਿਆ ਇਹ। ਨਿੱਕਾ ਜਿਹਾ ਬੱਚਾ, ਨਾ ਕਿਸੇ ਨਾਲ ਈਰਖਾ, ਨਾ ਦਵੈਤ ਭਾਵਨਾ, ਨਾ ਕ੍ਰੋਧ, ਨਾ ਵਿਰੋਧ। ਉਹ ਸਾਰਿਆਂ ਨੂੰ ਇੱਕੋ ਜਿਹਾ। ਮਾਂ ਪਿਓ ਨਾ ਫਿਰ ਸਹਿਜੇ ਸਹਿਜੇ ਗੁਣ ਸਾੜ ਦਿੰਦੇ ਆ। ਮੰਨ ਲਓ ਦੋ ਭਰਾ ਆ, ਆਪਸ ਵਿੱਚ ਲੜ ਪਏ, ਨਿੱਕੇ ਨਿੱਕੇ ਉਹਨਾਂ ਦੇ ਬੱਚੇ ਲੜੇ ਤੇ ਦੋਵੇਂ ਭਰਾ ਨੇ ਤੇ ਆਪਣੇ ਬੱਚਿਆਂ ਨੂੰ ਇੱਕ ਦੂਜੇ ਦੇ ਘਰੋਂ ਰੋਕਦੇ। ਕਹਿੰਦੇ ਤੂੰ ਤਾਏ ਕੋਲੋਂ ਕੁਝ ਨਹੀਂ ਖਾਣਾ ਲੈ ਕੇ, ਤੂੰ ਆਪਣੀ ਤਾਈ ਨੂੰ ਨਹੀਂ ਮਿਲਣਾ, ਤੂੰ ਉਹਨੂੰ ਬੁਲਾਉਣਾ ਨਹੀਂ ਹੈ।
ਉਹ ਗੁਣ ਅਸੀਂ ਬੱਚੇ ਦੇ ਅੰਦਰੋਂ ਸਾੜ ਰਹੇ, ਜਿਹੜਾ ਗੁਣ ਸੀ ਵੀ ਇਹ ਤੇ ਸਾਰੇ ਹੀ ਮੇਰੇ ਹੈ, ਉਹ ਫਿਰ ਵੀ ਬੱਚਾ ਉਹ ਚੋਰੀ ਛਿਪੀ ਆਪਣੇ ਤਾਏ ਤਾਈ ਕੋਲ ਜਾਏਗਾ ਜ਼ਰੂਰ, ਕਿਉਂਕਿ ਉਹਦੇ 'ਚੋਂ ਗੁਣ ਹੈ। ਉਹ ਕਹਿੰਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ। ਅਸੀਂ ਫਿਰ ਦੂਰ ਕਰ ਦਿੱਤਾ, ਕਹਿੰਦੇ ਨਾ ਨਾ ਇਹਨਾਂ ਨਾਲ ਨਹੀਂ ਬੋਲਣਾ, ਇਹ ਤੇਰਾ ਤਾਇਆ ਥੋੜ੍ਹੀ ਹੈ ਤੇ ਸਾਡਾ ਦੁਸ਼ਮਣ ਹੈ। ਉਹ ਬੱਚਿਆਂ ਨੂੰ ਅਸੀਂ ਕਿਹਾ ਸਾਡਾ ਦੁਸ਼ਮਣ, ਉਹਦੇ ਕਹਿੰਦਾ ਸੀ ਨਹੀਂ ਬਾਪੂ ਤੇਰੇ ਨਾਲ ਤੇ ਵੱਧ ਤਾਇਆ ਮੈਨੂੰ ਪਿਆਰ ਕਰਦਾ ਹੈ। ਗੁਰੂ ਅਰਜਨ ਸਾਹਿਬ ਜੀ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਮੇਹਰਬਾਨ ਨੂੰ ਪ੍ਰਿਥੀ ਚੰਦ ਨਾਲੋਂ ਜ਼ਿਆਦਾ ਪਿਆਰ ਕਰਦੇ ਹਨ। ਤੇ ਜਦੋਂ ਮਹਾਰਾਜ ਨੂੰ ਮਿਲਣ ਆਉਂਦਾ, ਮਹਾਰਾਜ ਸੋਨੇ ਦੇ ਕੰਗਣ ਹੱਥਾਂ 'ਚ ਪਾ ਕੇ ਤੋੜਦੇ ਹਨ ਉਹਦੇ, ਤੇ ਮਹਾਰਾਜ ਦੇ ਪੁੱਤਰ ਨੂੰ ਪ੍ਰਿਥੀ ਚੰਦ ਨੇ ਮਾਰਨ ਦਾ 3 ਵਾਰੀ ਯਤਨ ਕੀਤਾ ਗੁਰੂ ਅਰਜਨ ਸਾਹਿਬ ਦੇ ਪੁੱਤਰ ਨੂੰ। ਇੱਕ 'ਚ ਗੁਣ, ਇੱਕ ਤੇ ਜ਼ਹਿਰ ਨਾਲ ਭਰਿਆ ਹੋਇਆ। ਮਹਾਰਾਜ ਕਹਿੰਦੇ ਉਹ ਗੁਣ ਸੜ ਗਏ। ਨਾਮ ਜਤੀ ਸਦੇ ਨਹੀਂ ਪੜਿਆ। ਨਾ ਮੈਂ ਜਤੀ ਹੈ, ਜਤ ਕਮਾਇਆ, ਇੰਦਰੀਆਂ ਨੂੰ ਰੋਕਿਆ, ਨਾ ਸਤ ਕਮਾਇਆ, ਤੇ ਨਾ ਹੀ ਅਸੀਂ ਕੋਈ ਪੜ੍ਹੇ ਚੰਗਾ ਗਿਆਨ ਹਾਸਲ ਕੀਤਾ। ਮੂਰਖ ਮੁਗਦਾ ਜਨਮ ਪਿਆ। ਕਹਿੰਦੇ ਫਿਰ ਮੂਰਖ ਵਾਲਾ ਜਨਮ ਜਿਹੜਾ ਜਿਉਂ ਕੇ ਜੀਵ ਚਲਾ ਜਾਂਦਾ ਹੈ। ਨਾਨਕ ਤਿਨ ਕੀ ਸਰਣਾ। ਨਾਨਕ ਬੇਨਤੀ ਕਰਦਾ ਉਹਦੀ ਸ਼ਰਨ 'ਚ ਹਾਂ। ਤੂੰ ਨਾਹੀ ਵਿਸਰਿਆ। ਜਿਨ੍ਹਾਂ ਨੂੰ ਰੱਬ ਨਹੀਂ ਵਿਸਰਿਆ, ਮਹਾਰਾਜ ਸਾਨੂੰ ਉਹਨਾਂ ਦੇ ਨਾਲ ਮਿਲਾ ਕੇ ਰੱਖਿਓ, ਉਹਨਾਂ ਦੀ ਸ਼ਰਨ 'ਚ ਪਾਇਓ ਜਿਨ੍ਹਾਂ ਨੂੰ ਰੱਬ ਸਦਾ ਹੀ ਚੇਤੇ ਰਹਿੰਦਾ ਹੈ। ਆਸਾ ਪਹਿਲਾ ਬਜਵਾ। ਆਸਾ ਰਾਗ 'ਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ। ਪ੍ਰਾਪਤ ਮਾਨੁਖ ਦੇਵਰੀਆ। ਆ ਸਾਨੂੰ ਮਾਨੁਖ ਦੇਵਰੀਆ, ਦੇਹਰੀ ਸਰੀਰ ਨੂੰ ਕਹਿੰਦੇ ਆ। ਦੇਵਰੀ ਬਹੁਤ ਵਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਇਆ। ਸਾਨੂੰ ਪ੍ਰਾਪਤ ਹੋਈ ਮਨੁੱਖ ਦੇਹੀ, ਦੇਵਰੀ ਦਾ ਅਰਥ ਦੇਹੀ ਹੈ। ਰੱਬ ਨੇ ਬਖਸ਼ਿਸ਼ ਕੀਤੀ, ਬੜੇ ਚਿਰ ਤੋਂ ਬਾਅਦ ਅਣਕ ਜਨਮ ਬਹੁਤ ਜੋਨੀ ਭਰਮਿਆ, ਬੌਰ ਬੌਰ ਦੁੱਖ ਪਾਇਆ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਦੇਹੋ ਦਰਸ਼ ਹਰ ਦਾ, ਤੇਰੀ ਕਿਰਪਾ ਨਾਲ ਮਨੁੱਖਾਂ ਦੇ ਮਿਲੀ, ਹੁਣ ਦਰਸ਼ਨ ਵੀ ਦੇ। ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਕਹਿੰਦੇ ਮਨੁੱਖਾਂ ਜਨਮ ਮਿਲਿਆ ਤੇ ਰੱਬ ਨੂੰ ਮਿਲਣ ਦੀ ਇਹੀ ਵਾਰੀ ਹੈ। ਗੋਬਿੰਦ ਨੂੰ ਗੋ ਧਰਤੀ, ਬਿੰਦ ਧਰਤੀ ਨੂੰ ਚਲਾਉਣ ਵਾਲਾ, ਪੈਦਾ ਕਰਨ ਵਾਲਾ, ਜੀ ਜੰਤੂਆਂ ਦੀ ਸੰਭਾਲ ਕਰਨ ਵਾਲਾ, ਉਹਨੂੰ ਮਿਲਣ ਦੀ ਹੁਣ ਤੇਰੀ ਵਾਰੀ ਹੈ। ਸਿਮਰਨ ਨੂੰ ਛੱਡ ਕੇ, ਬਾਣੀ ਪੜ੍ਹਨ ਨੂੰ ਛੱਡ ਕੇ ਹੋਰ ਜਿਹੜੇ ਕੰਮ ਕਰਦਾ, ਕਿਸੇ ਕੰਮ ਨਹੀਂ ਹੈ ਧਰਮ ਦੀ ਦੁਨੀਆ 'ਚ। ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਸੰਗਤ 'ਚ ਬੈਠ ਕੇ ਨਾਮ ਜਪਿਆ ਕਰ, ਬਸ ਇਹੀ ਲਾਹਾ ਹੈ। ਸਰੰਜਾਮ ਲਾਗ ਭਵ ਜਲ ਤਰਨ ਕੈ। ਕਹਿੰਦੇ ਉਹ ਸਰੰਜਾਮ ਲਾਗ, ਉਹ ਅਸੀਂ ਵਿਸ਼ੇ ਵਿਕਾਰਾਂ 'ਚ ਪੈ ਗਏ ਤੇ ਉਹ ਭਵਜਲ ਨੂੰ ਤਰਨ ਵਾਸਤੇ ਆਏ ਹਾਂ। ਤੇ ਮਹਾਰਾਜ ਕਹਿੰਦੇ ਵੀ ਉਹ ਚੰਗਾ ਜੀਵਨ ਅਸੀਂ ਨਾ ਬਣਾ ਸਕੇ। ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਸਾਡੀ ਸੁਰਤ ਨੂੰ ਮਾਇਆ ਦਾ ਰੰਗ ਚੜ ਗਿਆ, ਇਹੋ ਤਾਂ ਮਾਇਆ ਪਾਹਿਆ ਪਿਆਰੀ ਲੀਤੜਾ ਲੱਭ, ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਸਾਨੂੰ ਮਾਇਆ ਦੀ ਪਾਹ ਚੜ ਗਈ ਤੇ ਬਿਰਥਾ ਜਨਮ ਗਵਾ ਕੇ ਇੱਥੋਂ ਗਏ। ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਹਨ, ਜਪ ਤਪ ਸੰਜਮ ਧਰਮ ਰਾਖ ਮਾਇਆ। ਹਾਂ ਮਹਾਰਾਜ ਤੁਸੀਂ ਹੁਣ ਕਿਰਪਾ ਕਰਿਓ, ਨਾ ਤੇ ਮੈਂ ਜਪ ਕੀਤਾ, ਨਾ ਤਪ ਕੀਤਾ, ਨਾ ਸੰਜਮ ਰੱਖਿਆ, ਨਾ ਧਰਮ ਕਮਾ ਸਕਿਆ ਜੀ। ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਨਾ ਮੈਂ ਸੇਵਾ ਕੀਤੀ, ਨਾ ਸਾਧਨਾ ਕੀਤੀ, ਨਾ ਹਰਿ ਰਾਇਆ ਨੂੰ ਜਾਣ ਸਕਿਆ ਪਰਮਾਤਮਾ ਨੂੰ। ਕਉ ਨਾਨਕ ਹਮ ਨੀਚ ਕਰਮਾ। ਗੁਰੂ ਸਾਹਿਬ ਕਹਿੰਦੇ ਅਸੀਂ ਤੇ ਨੀਚ ਕਰਮ ਕਰਨ ਵਾਲੇ ਹਾਂ। ਸ਼ਰਨ ਪਰੇ ਕੀ ਰਾਖੋ ਸਰਮਾ। ਹਾਂ ਜੀ, ਸ਼ਰਨ ਪਰੇ ਕੀ ਰਾਖੋ ਸਰਮਾ, ਤੇਰੀ ਸ਼ਰਨ 'ਚ ਪਏ ਐ ਤੇ ਸ਼ਰਨ ਪਰੇ ਕੀ ਰਾਖੋ ਸ਼ਰਮਾ। ਸ਼ਰਮਾ ਲਾਜ ਨੂੰ ਕਹਿੰਦੇ ਐ। ਸਤਿਗੁਰੂ ਤੁਹਾਡੇ ਨਾਲ ਜੁੜੇ, ਬਸ ਲਾਜ ਰੱਖ ਲਿਓ, ਗੁਣ ਸਾਡੇ 'ਚ ਚੰਗਾ ਕੋਈ ਨਹੀਂ ਹੈ। ਸਭ ਤੇ ਵੱਡਾ ਸਤਿਗੁਰ ਨਾਨਕ ਜਿੰਦ ਕੰਨ ਰਾਖੀ, ਮੇਰੀ ਤੁਸੀਂ ਵੱਡੇ ਹੋ ਤੇ ਬਸ ਸਾਡੀ ਰੱਖਿਆ ਕਰਿਓ, ਆਪਣੇ ਚਰਨਾਂ 'ਚ ਜੋੜ ਕੇ ਰੱਖਿਓ, ਜਿਉਂ ਭਾਵੇ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਣੋ ਅਸੰਖ ਅਵਗਣ ਮੇਰੇ, ਬਖਸ਼ਿਸ਼ ਵਰਤਾਇਓ ਭੁੱਲਾਂ ਚੁੱਕਾਂ ਦੀ ਖਿਮਾ। ਇਹਨਾਂ ਸਥਾਨਾਂ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ ਜੀ। ਚੱਲ ਰਹੀਆਂ ਸੇਵਾਵਾਂ 'ਚ ਹਿੱਸਾ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।